ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਨਾਮਾ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੌੜੀ ਮਹਿਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਕਿਉ ਬਾਂਧਿਓ ਕਿਉ ਮੁਕਤੀ ਪਾਵੈ, ਕਿਉ ਅਬਿਨਾਸ਼ੀ ਸਹਿਜ ਸਮਾਵੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ। ਨਰ ਹਰ ਨਿਹਕਾਮ, ਰਹਾਉ। ਸਹਿਜੇ ਆਵੈ ਸਹਿਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਏ। ਗੁਰਮੁਖ ਮੁਕਤੋ ਬੰਧ ਨਾ ਪਾਏ, ਸ਼ਬਦ ਵਿਚਾਰ ਛੁਟੈ ਹਰ ਨਾਏ। ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਸਾਂਝ ਬਿਹਾਗ ਕਤ ਹੈ ਆਕਾਸ। ਦੈਂ ਦਿਸ ਧਾਵੈ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ। ਬਿਨ ਵਖਰ ਸੂਨੂ ਘਰ ਹਾਠ, ਗੁਰ ਮਿਲ ਖੋਲੇ ਬਜਰ ਕਪਾਟ। ਸਾਧ ਮਿਲੈ ਪੂਰਬ ਸੰਜੋਗ, ਸਾਚਰ ਹਸੇ ਪੂਰੇ ਹਰ ਲੋਗ। ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨ ਕੈ ਲਾਗੂ ਪਾਏ। ਸਾਧ ਮਿਲੈ ਪੂਰਬ ਸੰਜੋਗ,
साचर हसे पूरे हर लोग, मन तन दे लै सहज सुपाए। नानक तिनकै लागू पाए। वाहिगुरु जी का खालसा वाहिगुरु जी की फतेह। ये पावन पवित्र शब्द जो गौड़ी राग अंदर जगत गुरु धन गुरु नानक देव महाराज जी दे मुखार बिंद चों उचारण किया होया। धन धन साहिब श्री गुरु ग्रंथ साहिब महाराज जी दे पावन पवित्र अंग 152 ते 53 उपर सुभायमान है। इस पावन शब्द की विचार आप जी नूं सरवण करवा रहे हैं भाई साहब भाई रजिंदर सिंह जी, हैड ग्रंथी गुरुद्वारा रकाबगंज साहिब, दिल्ली सिख गुरुद्वारा प्रबंधक कमेटी वालों 1984 विच श्री हरमंदर साहिब जी के उपर होए हमले दौरान शहीद होए सिंह सिंघणियां ते बच्चों की याद विच कल 2 तरीक नूं इसे पावन स्थान गुरुद्वारा बंगला साहिब विखे सवेरे 11 बजे श्री अखंड पाठ साहिब प्रारंभ होणगे और 4 जून नूं 10 बजे समाप्ति होएगी। उपरंत शब्द कीर्तन शहीदां दे प्रति श्रद्धांजलि ਅਤੇ ਸੰਗਤੀ रूप ਵਿੱਚ ਅਰਦਾਸ ਹੋਏਗੀ। 4 ਤਰੀਕ ਨੂੰ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਇਸੇ ਹੀ ਪਾਵਨ ਸਥਾਨ 'ਤੇ ਮਨਾਇਆ ਜਾ ਰਿਹਾ ਹੈ। 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਜੋ 5 ਤਰੀਕ ਨੂੰ ਹੈ। ਇਸੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸ਼ਾਮੀ 4 ਵਜੇ ਤੱਕ ਮਨਾਇਆ ਜਾ ਰਿਹਾ ਹੈ। ਆਪ ਸਰਬੱਤ ਸੰਗਤਾਂ ਨੇ ਉੱਥੇ ਵੀ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਸ ਤਰ੍ਹਾਂ ਪਿਛਲੇ ਸਾਲ ਉਪਰਾਲਾ ਕੀਤਾ ਗਿਆ, ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਾਜ਼ਰੀ ਲਵਾਈ। ਗੁਰਮੁਖੀ ਅਤੇ ਗੁਰ ਇਤਿਹਾਸ ਦੀ ਸਿਖਲਾਈ ਪ੍ਰਾਪਤ ਕੀਤੀ, ਆਪਣੇ ਵਡਮੁੱਲੇ ਇਤਿਹਾਸ ਤੋਂ ਜਾਣੂ ਹੋਏ। ਇਸ ਵਾਰ ਵੀ ਉਪਰਾਲਾ ਕਰਦਿਆਂ ਹੋਇਆਂ 5 ਜੂਨ ਤੋਂ ਲੈ ਕੇ 25 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਵਿੱਚ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਇਹ ਇਤਿਹਾਸਕ ਸਥਾਨਾਂ ਦੇ ਨਾਲ ਨਾਲ ਸਿੰਘ ਸਭਾਵਾਂ ਦੀਆਂ ਵੱਖ-ਵੱਖ ਥਾਵਾਂ 'ਤੇ ਇਹ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਆਪ ਵੱਧ ਤੋਂ ਵੱਧ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਲੈ ਕਰਕੇ ਪਹੁੰਚੋ। ਆਪ ਗੁਰਮੁਖੀ ਸਿੱਖੋ, ਗੁਰ ਇਤਿਹਾਸ ਤੋਂ ਜਾਣੂ ਹੋਵੋ, ਗੁਰਮਤਿ ਤੋਂ ਜਾਣੂ ਹੋਵੋ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਮਤਿ ਤੋਂ ਜਾਣੂ ਕਰਵਾਓ। ਆਓ ਅਗਲੇ ਸਮੇਂ ਲਈ ਪਿਆਰ ਸਤਿਕਾਰ ਨਾਲ ਜੁੜ ਕਰਕੇ ਸ਼ਬਦ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ ਇਹਾਂ ਊਹਾਂ ਤੁਹਾਰੋ ਧੋਰਾ। ਕੀਤੇ ਕੋ ਮੇਰਾ ਸੰਮਨ ਕਰਨ ਹਾਰ ਤ੍ਰਿਣ ਜਾਨੈ। ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੈ। ਖਿਨ ਮੈਂ ਅਵਰ ਖਿਨ ਮੈਂ ਅਵਰਾ ਅਚਰਜ ਚਲਤ ਤੁਮਾਰੇ। ਰੂੜੋ ਗੂੜੋ ਗਹਿਰ ਗੰਭੀਰੋ ਊਚੋ ਅਗੰਮ ਅਪਾਰੇ। ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਅਸ਼ਟਮ ਬਲਬੀਰਾ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਅੱਠਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿਗਮਾਨ ਰਹੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਨਿਮਰਤਾ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਯੋਗ ਹੋ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕਾ ਜਸ ਸ਼ਰਵਣ ਕਰਕੇ ਆਪਣੇ ਜੀਵਨ ਸਫਲਾ ਕਰ ਰਹੇ ਹੋ। ਗੁਰੂ ਕੇ ਹਜ਼ੂਰੀ ਕੀਰਤਨੀਆਂ ਨੇ ਰੱਬੀ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਨਾਲ ਸਾਰਿਆਂ ਨੂੰ ਜੋੜਿਆ ਹੈ। ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ। ਸ਼ਬਦ ਆਪ ਜੀ ਨੂੰ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਸ਼ਰਵਣ ਕਰਵਾਇਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ਬਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 152 ਦੇ ਉੱਤੇ ਸੁਸ਼ੋਭਿਤ ਹੈ। ਮਨ ਬਿਰਤੀਆਂ ਦੇ ਇਕਾਗਰਤਾ ਵਾਸਤੇ ਆਓ ਸਾਰੇ ਮਿਲ ਕੇ ਰਸਨਾ ਪਵਿੱਤਰ ਕਰੀਏ। ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਗੌੜੀ ਮਹਿਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ।
ਕਿਉ ਬੰਧਿਓ ਕਿਉ ਕੀਮਤ ਪਾਵੈ, ਕਿਉ ਅਬਨਾਸ਼ੀ ਸਹਿਜ ਸਮਾਵੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਸ਼ਬਦ ਰਾਹੀਂ ਜੋ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਤੱਕ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਨਹੀਂ ਵਸਦਾ, ਜਿੰਨਾ ਚਿਰ ਅਸੀਂ ਸ਼ਬਦ ਨੂੰ ਸੁਣਦੇ ਨਹੀਂ, ਸਮਝਦੇ ਨਹੀਂ, ਮੰਨਦੇ ਨਹੀਂ, ਓਨਾ ਚਿਰ ਸਾਡਾ ਮਨੁੱਖਾ ਦੇਹ ਦੇ ਵਿੱਚ ਆਉਣਾ ਸਫਲ ਨਹੀਂ ਹੋਏਗਾ। ਤੇ ਗੁਰਮਤਿ ਦਾ ਇਹ ਮੁੱਢਲਾ ਸਿਧਾਂਤ ਵੀ ਹੈ ਕਿ ਰੱਬ ਦੇ ਪਰਮੇਸ਼ਰ ਦੇ ਸ਼ਬਦ ਨੂੰ ਸੁਣਨਾ, ਸਮਝਣਾ ਤੇ ਫਿਰ ਮੰਨ ਕੇ ਆਪਣੇ ਹਿਰਦੇ ਵਿੱਚ ਟਿਕਾਉਣਾ, ਫਿਰ ਪੂਰੇ ਸਿਦਕ ਭਰੋਸੇ ਨਾਲ ਇਸ ਸ਼ਬਦ ਦੇ ਉੱਤੇ ਪਹਿਰਾ ਦੇਣਾ, ਇਹਨੂੰ ਕਮਾਉਣਾ। ਇਹ ਸਾਡਾ ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਤੇ ਜਿਹੜੇ ਗੁਰੂ ਪਿਆਰੇ ਗੁਰਮੁਖ ਜਨ ਇਸ ਸਿਧਾਂਤ ਨੂੰ ਕਮਾਉਂਦੇ ਨੇ, ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਸਦਕੇ ਜਾਂਦਾ ਹਾਂ। ਕਹੈ ਸੁਣੈ ਜੋ ਮਾਨੈ ਨਾਉ, ਹਉ ਬਲਿਹਾਰੈ ਤਾਂ ਕਹਿ ਜਾਉ। ਗੁਰੂ ਸਾਹਿਬ ਕਹਿੰਦੇ ਜਿਹੜੇ ਸੁਣਦੇ ਨੇ, ਜਪਦੇ ਨੇ ਤੇ ਮੰਨਦੇ ਨੇ, ਉਹਨਾਂ ਤੋਂ ਮੈਂ ਸਦਾ ਬਲਿਹਾਰੇ, ਉਹਨਾਂ ਤੋਂ ਮੈਂ ਸਦਾ ਸਦਕੇ ਜਾਂਦਾ, ਜਿਨ੍ਹਾਂ ਦੇ ਅੰਦਰ ਇੱਕ ਤਾਂਘ ਪੈਦਾ ਹੋਈ ਹੈ ਕਿ ਅਸੀਂ ਗੁਰੂ ਤੱਕ ਪਹੁੰਚਣਾ ਹੈ, ਅਸੀਂ ਰੱਬ ਤੱਕ ਦਾ ਮਾਰਗ ਜਿਹੜਾ ਹੈ ਉਹ ਅਸੀਂ ਤੈਅ ਕਰਨਾ ਹੈ। ਜਿੰਨਾ ਚਿਰ ਅੰਦਰ ਸਿਦਕ ਭਰੋਸਾ ਸਾਡਾ ਨਹੀਂ ਬਣਿਆ, ਉਹਨਾਂ ਚਿਰ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਾਂਗੇ। ਗੁਰੂ ਉੱਤੇ ਸਿਦਕ ਲਿਆਉਣਾ, ਭਰੋਸਾ ਲਿਆਉਣਾ, ਦ੍ਰਿੜ ਨਿਸ਼ਚੇ ਲਿਆਉਣਾ, ਤਾਂ ਕਿ ਅਸੀਂ ਆਪਣਾ ਮਨੁੱਖਾ ਜਨਮ ਜਿਹੜਾ ਹੈ ਉਹਨੂੰ ਸਫਲ ਕਰ ਸਕੀਏ, ਤਾਂ ਕਿ ਸਾਡੀ ਇਹ ਜੋ ਯਾਤਰਾ ਹੈ ਬੜੀ ਲੰਮੀ ਯਾਤਰਾ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ ਹੈ ਕਿ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਈ ਜੀਓ। ਬੜੀ ਲੰਮੀ ਵਾਟ ਹੈ। ਇਹਦਾ ਮਤਲਬ ਇਹ ਨਹੀਂ ਵੀ ਕੋਈ ਅਮਰੀਕਾ ਤੋਂ ਆਇਆ ਜਾਂ ਕੋਈ ਦੇਸ਼ ਦੇ ਦੂਸਰੇ ਕੋਨੇ 'ਚੋਂ ਆਇਆ ਹੈ, ਐਸਾ ਨਹੀਂ ਹੈ। ਇਹ ਲੰਮੀ ਵਾਟ ਕਿਹੜੀ ਹੈ? ਜਨਮ ਜਨਮ ਦੇ ਜਿਹੜੇ ਅਸੀਂ ਬਾਰ-ਬਾਰ ਜਨਮ ਲਏ ਨੇ, ਅਨੇਕਾਂ ਜਨਮਾਂ ਦੇ ਵਿੱਚੋਂ ਨਿਕਲ ਕੇ ਤੇ ਫਿਰ ਇਹ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ। ਇਹਨੂੰ ਅਸੀਂ ਸਫਲ ਕਰਨਾ ਹੈ। ਗੱਲ ਸਮਝ ਆ ਜਾਵੇ। ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਪਹੁੰਚਿਆ ਹੈ। ਆ ਕੇ ਬੇਨਤੀ ਕੀਤੀ, ਸਤਿਗੁਰੂ ਦਸਮ ਪਾਤਸ਼ਾਹ ਜੀਓ, ਬੇਨਤੀ ਹੈ, ਸੰਸਾਰਕ ਜੀਵਨ ਤੋਂ ਬੜਾ ਮੈਂ ਅੱਕ ਚੁੱਕਿਆ, ਸੰਸਾਰਕ ਜੀਵਨ ਤੋਂ ਬਹੁਤ ਮੈਂ ਪਰੇਸ਼ਾਨ ਹੋ ਚੁੱਕਿਆ, ਆਪ ਕਿਰਪਾ ਕਰੋ ਤੇ ਅਧਿਆਤਮਕ ਜੀਵਨ ਦੀ ਦਾਤ ਬਖਸ਼ੋ। ਅੱਗੋਂ ਗੁਰੂ ਸਾਹਿਬ ਜੀ ਨੇ ਜੋ ਬਚਨ ਉਸ ਸਿੱਖ ਨੂੰ ਕਹੇ, ਉਹ ਬੜੇ ਅਮੋਲਕ ਬਚਨ ਨੇ। ਉਹ ਸਾਰੇ ਹਿੰਦੁਸਤਾਨ ਕੀ ਸਾਰੇ ਵਰਲਡ ਵਾਸਤੇ ਨੇ। ਪੂਰੇ ਵਰਲਡ ਵਿੱਚ ਇਹ ਚੈਨਲ ਚੱਲਦਾ ਪਿਆ, ਸੰਗਤਾਂ ਸੁਣਦੀਆਂ ਪਈਆਂ ਨੇ। ਦਸਮ ਪਾਤਸ਼ਾਹ ਜੀ ਨੇ ਜਿਹੜੇ ਬਚਨ ਸਿੱਖ ਨੂੰ ਅੱਗੋਂ ਬੋਲੇ ਨੇ ਕਿ ਕਿਸ ਤਰ੍ਹਾਂ ਭਾਈ ਤੂੰ ਅਧਿਆਤਮਕ ਜੀਵਨ, ਰੱਬੀ ਜੀਵਨ ਤੂੰ ਕਿਸ ਤਰ੍ਹਾਂ ਜੀ ਸਕੇਂਗਾ। ਗੁਰੂ ਸਾਹਿਬ ਨੇ ਪੁੱਛਿਆ, ਸਿੱਖਾ ਤੈਨੂੰ ਅੱਖਰੀ ਗਿਆਨ ਹੈ? ਤੈਨੂੰ ਅੱਖਰ ਪੜ੍ਹਨੇ ਆਉਂਦੇ ਆ? ਸਿੱਖ ਕਹਿਣ ਲੱਗਾ, ਨਹੀਂ ਜੀ, ਮੈਂ ਤਾਂ ਬਿਲਕੁਲ ਅਨਪੜ੍ਹ ਹਾਂ, ਮੈਨੂੰ ਕੋਈ ਅੱਖਰ ਪੜ੍ਹਨਾ ਨਹੀਂ ਆਉਂਦਾ, ਬਿਲਕੁਲ ਅਨਪੜ੍ਹ ਹਾਂ। ਗੁਰੂ ਸਾਹਿਬ ਦੇ ਪਾਵਨ ਬਚਨ ਨੇ ਉਸ ਸਿੱਖ ਨੂੰ ਬੋਲੇ, ਪਰ ਉਪਦੇਸ਼ ਸਾਰੇ ਸੰਸਾਰ ਵਾਸਤੇ ਹੈ, ਕੇਵਲ ਸਿੱਖਾਂ ਵਾਸਤੇ ਨਹੀਂ, ਕੇਵਲ ਹਿੰਦੁਸਤਾਨ ਦੇ ਲੋਕਾਂ ਵਾਸਤੇ ਨਹੀਂ, ਪੂਰੇ ਸੰਸਾਰ ਵਾਸਤੇ, ਪੂਰੀ ਲੋਕਾਈ ਵਾਸਤੇ ਹੈ। ਸਤਿਗੁਰ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਤੁਸੀਂ ਨਹੀਂ ਪੜ੍ਹਦੇ, ਰੋਜ਼ ਪੜ੍ਹਦੇ ਹੋ ਪਰ ਕਦੀ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਨੇ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾ।
ਅੱਖਰਾਂ ਦੇ ਨਾਲ ਅਸੀਂ ਪਰਮ ਪਿਤਾ ਪਰਮਾਤਮਾ ਦੀ ਮਹਿਮਾ ਨੂੰ ਜਾਣ ਸਕਦੇ ਹਾਂ ਤੇ ਗਾ ਸਕਦੇ ਹਾਂ। ਜਿੰਨਾ ਚਿਰ ਸਾਡੇ ਕੋਲ ਅੱਖਰੀ ਗਿਆਨ ਹੀ ਨਹੀਂ ਹੈ, ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਕਿਵੇਂ ਜਾਣ ਸਕਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੋਲ ਅੱਖਰੀ ਗਿਆਨ ਸੀ, ਤਾਂ ਹੀ ਤੇ ਜਿਹੜੀ ਬਾਣੀ ਰੱਬੀ ਬਾਣੀ ਉਹਨਾਂ ਦੇ ਕੋਲ ਆਉਂਦੀ ਸੀ, ਉਹਨਾਂ ਨੂੰ ਰੱਬੀ ਬਾਣੀ ਦਾ ਇਲਹਾਮ ਹੁੰਦਾ ਸੀ, ਉਹ ਗਾਉਂਦੇ ਸੀ, ਉਸ ਬਾਣੀ ਨੂੰ ਤੁਰੰਤ ਆਪਣੀ ਕਾਪੀ ਦੇ ਵਿੱਚ ਲਿਖ ਲੈਂਦੇ ਸੀ, ਪੋਥੀ ਵਿੱਚ ਲਿਖ ਲੈਂਦੇ ਸੀ। ਤਾਂ ਹੀ ਤੇ ਅੱਜ ਬਾਣੀ ਸਾਡੇ ਤੱਕ ਪਹੁੰਚੀ ਹੈ। ਜੇ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਅੱਖਰੀ ਗਿਆਨ ਨਾ ਹੁੰਦਾ ਤੇ ਗੁਰਬਾਣੀ ਸਾਡੇ ਤੱਕ ਕਿਵੇਂ ਪਹੁੰਚਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੀ ਕਿ ਸਿੱਖੋ, ਇਹ ਸੰਸਾਰ ਦੇ ਲੋਕੋ ਅੱਖਰੀ ਗਿਆਨ ਜ਼ਰੂਰ ਪ੍ਰਾਪਤ ਕਰੋ। ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ, ਸਾਰਿਆਂ ਨੂੰ ਅੱਖਰੀ ਗਿਆਨ ਜ਼ਰੂਰ ਦੇਵੋ। ਇੱਕ ਸਿੱਖ ਦੀ ਸੇਵਾ ਗੁਰੂ ਸਾਹਿਬ ਨੇ ਲਾ ਦਿੱਤੀ ਹੈ ਕਿ ਆ ਜਿਹੜਾ ਸਿੱਖ ਆਇਆ ਹੈ, ਇਹਨੂੰ ਤੁਸੀਂ ਗੁਰਮੁਖੀ ਅੱਖਰ ਪੜ੍ਹਾਉਣੇ ਆ। ਕੁਝ ਹੀ ਦਿਨਾਂ ਦੇ ਵਿੱਚ ਸਿੱਖ ਨੇ ਗੁਰਮੁਖੀ ਅੱਖਰ ਪੜ੍ਹਾ ਦਿੱਤੇ। ਔਰ ਸਿੱਖ ਜਿਹੜਾ ਹੈ ਬੜੀ ਛੇਤੀ, ਕਿਉਂਕਿ ਇਹ ਇੱਕ ਜਿਹੜੀ ਭਾਸ਼ਾ ਬੋਲਦਾ ਹੈ ਨਾ, ਜੇ ਉਹਨੂੰ ਲਿਖਣੀ ਪੜ੍ਹਨੀ ਨਹੀਂ ਆਉਂਦੀ ਤਾਂ ਉਹ ਬੜੀ ਛੇਤੀ ਸਿੱਖ ਜਾਏਗਾ ਜੇ ਕੋਸ਼ਿਸ਼ ਕਰੇਗਾ। ਤੇ ਜੇ ਕੋਈ ਗੁਰਮੁਖੀ ਭਾਸ਼ਾ ਬੋਲਦਾ ਹੈ, ਜੇ ਉਹਨੂੰ ਲਿਖਣੀ ਪੜ੍ਹਨੀ ਨਹੀਂ ਆਉਂਦੀ, ਥੋੜ੍ਹੀ ਜਿਹੀ ਕੋਸ਼ਿਸ਼ ਕਰੇਗਾ ਤੇ ਉਹਨੂੰ ਆ ਜਾਏਗੀ, ਕਿਉਂਕਿ ਉਹਦੀ ਜ਼ਬਾਨ ਦੇ ਉੱਤੇ ਉਹ ਚੜ੍ਹੀ ਹੋਈ ਹੈ। ਸਿੱਖ ਬੜੀ ਛੇਤੀ ਸਿੱਖ ਗਿਆ ਹੈ। ਨਵਾਂ ਲੈਸਨ ਦੇਣ ਵਾਸਤੇ ਸਿੱਖ ਨੇ ਸਿੱਖਣ ਵਾਲੇ ਸਿੱਖ ਨੂੰ ਇਹ ਕਿਹਾ ਵੀ ਭਲਿਆ, ਅੱਜ ਮੈਂ ਗੁਰਬਾਣੀ ਦੀਆਂ ਤੁਕਾਂ ਅੱਗੇ ਅੱਗੇ ਬੋਲਾਂਗਾ, ਤੁਸੀਂ ਮੇਰੇ ਪਿੱਛੇ ਪਿੱਛੇ ਬੋਲਣਾ ਹੈ। ਸਿੱਖ ਨੇ ਗੁਰਬਾਣੀ ਦੀ ਤੁਕ ਬੋਲੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਔਰ ਜਿਹੜਾ ਗੁਰਮੁਖੀ ਸਿੱਖਣ ਆਇਆ ਹੈ, ਉਹਦੇ ਅੰਦਰ ਇਤਨਾ ਜ਼ਿਆਦਾ ਸਿਦਕ, ਭਰੋਸਾ, ਵਿਸ਼ਵਾਸ, ਦ੍ਰਿੜ ਨਿਸ਼ਚੈ ਹੈ ਕਿ ਉਹਨੇ ਸੁਣਿਆ ਹੈ ਔਰ ਸਿਦਕ ਨਾਲ ਉਹਨੇ ਜਦੋਂ ਬੋਲਿਆ, ਭਰੋਸੇ ਨਾਲ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉੱਥੇ ਦੀ ਉੱਥੇ ਉਹਦੀ ਲਿਵ ਜੁੜ ਗਈ। ਇੱਕ ਤੁਕ ਪੜ੍ਹਦਿਆਂ ਸਾਰੀ ਜਿਹੜੀ ਲਿਵ ਟੁੱਟੀ ਹੋਈ ਸੀ ਨਾ, ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਉਹਦੀ ਲਿਵ ਟੁੱਟ ਜਾਂਦੀ ਹੈ, ਅੱਜ ਇੱਕ ਸ਼ਬਦ ਸੁਣਦਿਆਂ ਸਾਰ ਹੀ, ਇੱਕ ਤੁਕ ਪੜ੍ਹਦਿਆਂ ਸਾਰ ਹੀ ਸਿੱਖ ਦੀ ਲਿਵ ਜੁੜ ਗਈ ਹੈ। ਅਗਲਾ ਲੈਸਨ ਲੈਣ ਵਾਸਤੇ ਨਹੀਂ ਆਇਆ। ਦਸਮ ਪਾਤਸ਼ਾਹ ਜੀ ਦੇ ਕੋਲ ਪੜ੍ਹਾਉਣ ਵਾਲਾ ਸਿੱਖ ਗਿਆ, ਕਹਿਣ ਲੱਗਾ ਸਤਿਗੁਰੂ ਉਹ ਸਿੱਖ ਤੇ ਆਇਆ ਹੀ ਨਹੀਂ। ਗੁਰੂ ਸਾਹਿਬ ਕਹਿਣ ਲੱਗੇ ਉਹਦੇ ਉੱਤੇ ਬਖਸ਼ਿਸ਼ ਵਾਪਰ ਚੁੱਕੀ ਹੈ, ਉਹਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਚੁੱਕੀ ਹੈ। ਉਹਨੇ ਇਤਨੇ ਭਰੋਸੇ, ਯਕੀਨ ਦੇ ਨਾਲ, ਇਤਨੇ ਸਿਦਕ ਨਾਲ ਇੱਕ ਤੁਕ ਪੜ੍ਹੀ ਹੈ ਕਿ ਉਹਦੀ ਲਿਵ ਜਾਗ ਪਈ ਹੈ। ਉਹਦੀ ਤਾਰ ਜਿਹੜੀ ਹੈ ਉਹ ਅੰਦਰੋਂ ਤਾਰ ਬੋਲ ਪਈ ਹੈ ਪਰਮਾਤਮਾ ਦੇ ਨਾਲ, ਇੱਕ ਮਿਕਤਾ ਉਹਦੀ ਹੋ ਗਈ ਹੈ। ਉਹ ਜਿਹੜੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਸੀ ਨਾ, ਉਹਦੇ ਨਾਲੋਂ ਹਟ ਕੇ ਤੇ ਉਹ ਪਰਮਾਤਮਾ ਨਾਲ ਦੁਬਾਰਾ ਤੋਂ ਲਿਵ ਲੀਨ ਹੋ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਜਦੋਂ ਪੜ੍ਹੀਦਾ ਹੈ ਨਾ, ਤੇ ਕੀ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਕੇਵਲ ਇੱਕੋ ਹੀ ਸ਼ਬਦ ਸੁਣਾਇਆ ਸੀ ਸੱਜਣ ਨੂੰ, ਜਿਹੜਾ ਪਹਿਲਾਂ ਠੱਗੀਆਂ ਮਾਰਦਾ ਸੀ, ਕਤਲ ਕਰਦਾ ਸੀ, ਲੋਕਾਂ ਦਾ ਮਾਲ ਖੋਹ ਲੈਂਦਾ ਸੀ। ਇੱਕੋ ਹੀ ਸ਼ਬਦ ਸੁਣਾਇਆ ਹੈ। ਇੱਕ ਸ਼ਬਦ ਸੁਣਦਿਆਂ ਸਾਰੀ ਸੱਜਣ ਜਿਹੜਾ ਸੀ, ਉਹਦੇ ਅੰਦਰ ਬ੍ਰਹਮ ਗਿਆਨ ਦੀ ਅਵਸਥਾ ਆ ਗਈ, ਉਹਦੀ ਤਾਰ ਜੁੜ ਗਈ, ਉਹਦੀ ਲਿਵ ਜੁੜ ਗਈ ਪਰਮਾਤਮਾ ਨਾਲ। ਇੱਕੋ ਹੀ ਸ਼ਬਦ ਸੁਣਿਆ, ਇੱਕੋ ਹੀ ਸ਼ਬਦ ਭੂਮੀਏ ਚੋਰ ਨੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਕੋਲੋਂ। ਇੱਕ ਸ਼ਬਦ ਸੁਣਦਿਆਂ ਸਾਰੀ ਜੁੜ ਗਿਆ ਹੈ। ਤੇ ਕੌਡੇ ਰਾਖਸ਼ ਕੋਲ ਗਏ ਨੇ ਤੇ ਇੱਕੋ ਹੀ ਸ਼ਬਦ ਸੁਣਾਇਆ ਹੈ। ਇੱਕ ਸ਼ਬਦ ਸੁਣਦਿਆਂ ਸਾਰੀ ਜਿਹੜਾ ਆਦਮਖੋਰ ਬੰਦਾ ਹੈ, ਸ਼ਬਦ ਗੁਰੂ ਨਾਨਕ ਸਾਹਿਬ ਜੀ ਕੋਲੋਂ ਸੁਣਦਿਆਂ ਸਾਰੀ ਉਹ ਮਹਾਤਮਾ ਬਣ ਗਿਆ, ਉਹ ਸੰਤ ਬਣ ਗਿਆ, ਉਹ ਨਾਮ ਰਸੀਆ ਬਣ ਗਿਆ, ਉਹਦੀ ਲਿਵ ਜੁੜ ਗਈ। ਕਿਵੇਂ ਹੋਇਆ ਬਈ? ਅਸੀਂ ਤੇ ਰੋਜ਼ ਸ਼ਬਦ ਸੁਣਦੇ, ਸਾਡੀ ਲਿਵ ਨਹੀਂ ਜੁੜਦੀ ਪਈ। ਕਿਵੇਂ ਉਹਨਾਂ ਦੀ ਇੱਕੋ ਹੀ ਸ਼ਬਦ ਸੁਣਦਿਆਂ ਸਾਰ ਲਿਵ ਜੁੜੀ ਸੀ? ਕਿਉਂ ਕਿ ਉਹਨਾਂ ਨੇ ਸਿਦਕ ਰੱਖਿਆ ਸੀ, ਭਰੋਸਾ, ਯਕੀਨ ਰੱਖਿਆ ਸੀ। ਇਤਨਾ ਯਕੀਨ ਸੀ ਸ਼ਬਦ ਦੇ ਉੱਤੇ ਬਈ ਇਹ ਸ਼ਬਦ ਸੁਣਦਿਆਂ ਸਾਰੀ ਸਾਡੇ ਉੱਤੇ ਕਿਰਪਾ ਵਰਤ ਜਾਣੀ ਹੈ ਗੁਰੂ ਦੀ, ਪਰਮਾਤਮਾ ਦੀ, ਔਰ ਵਰਤੀ ਹੈ।
ਇਤਨਾ ਭਰੋਸਾ ਜਿਸ ਦਿਨ ਸਾਨੂੰ ਵੀ ਆਏਗਾ, ਉਹ ਜਿਹੜੀ ਬਖਸ਼ਿਸ਼ ਹੈ ਉਹ ਸਾਡੇ ਉੱਤੇ ਵੀ ਵਰਤੇਗੀ। ਹਰੇਕ ਮਨੁੱਖ ਦੇ ਉੱਤੇ ਉਹ ਬਖਸ਼ਿਸ਼ ਵਰਤਦੀ ਹੈ। ਇਹ ਗੱਲ ਵੱਖਰੀ ਹੈ ਕਿ ਕਿਸੇ ਨੂੰ ਸਾਲਾਂ ਬੱਧੀ ਲੱਗ ਜਾਂਦੇ ਆ, ਕਿਸੇ ਨੂੰ ਕੁਝ ਦਿਨਾਂ ਵਿੱਚ ਹੀ ਬਖਸ਼ਿਸ਼ ਮਿਲ ਜਾਂਦੀ ਹੈ। ਉਹਦਾ ਭਰੋਸਾ ਬਣਨ ਦੀ ਗੱਲ ਹੈ ਕਿ ਸਾਡਾ ਭਰੋਸਾ ਕਿੰਨੇ ਦਿਨਾਂ 'ਚ ਬਣਦਾ ਹੈ, ਕਿੰਨੇ ਸਮੇਂ 'ਚ ਅਸੀਂ ਗੁਰੂ ਦੇ ਉੱਤੇ ਸਿਦਕ ਲਿਆਉਂਦੇ ਹਾਂ, ਕਿੰਨੇ ਦਿਨਾਂ 'ਚ ਸਾਡਾ ਗੁਰੂ ਦੇ ਉੱਤੇ ਯਕੀਨ ਬਣਦਾ ਹੈ। ਜਿਸ ਵੇਲੇ ਸਾਡਾ ਸਿਦਕ ਬਣ ਗਿਆ, ਦ੍ਰਿੜ ਨਿਸ਼ਚੇ ਬਣ ਗਿਆ ਗੁਰੂ ਦੇ ਉੱਤੇ, ਉਸੇ ਦਿਨ ਹੀ ਕਪਾਟ ਖੁੱਲ੍ਹ ਜਾਣੇ ਨੇ। ਉਸੇ ਦਿਨ ਹੀ ਜਿਹੜੀ ਟੁੱਟੀ ਹੋਈ ਲਿਵ ਹੈ, ਜਿਹੜੀ ਮਾਤਾ ਦੇ ਉਦਰ ਵਿੱਚ ਸਾਡੀ ਲਿਵ ਜੁੜੀ ਹੋਈ ਸੀ ਨਾ, ਪਹਿਲੇ ਪੈਰੇ ਰੈਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਪੁੱਠੇ ਲਟਕੇ ਸਾਂ ਪਰ ਅਸੀਂ ਸਿਮਰਨ ਦੇ ਵਿੱਚ ਜੁੜੇ ਹੋਏ ਸਾਂ, ਰੱਬ ਰੱਬ ਅਸੀਂ ਕਰ ਰਹੇ ਸਾਂ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸਾਡੇ ਅੰਦਰ ਇੱਕ ਰਸ ਚੱਲਦਾ ਪਿਆ ਸੀ। ਉਹ ਵਾਲਾ ਸਿਮਰਨ ਜਦੋਂ ਜਨਮ ਹੋਇਆ ਟੁੱਟ ਗਿਆ, ਤੇ ਜਿਸ ਵੇਲੇ ਉਹ ਦੁਬਾਰਾ ਸਿਮਰਨ ਜੋੜਨਾ ਹੈ ਤੇ ਫਿਰ ਗੁਰੂ ਦਾ ਪੱਲਾ ਸਾਨੂੰ ਫੜਨਾ ਪਏਗਾ। ਅੱਜ ਦਾ ਜੋ ਪਾਵਨ ਸ਼ਬਦ ਹੈ ਗੌੜੀ ਰਾਗ ਦਾ, ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਰਹਾਉ ਦੀ ਤੁਕ ਵਿੱਚ ਸਤਿਗੁਰ ਬਖਸ਼ਿਸ਼ ਕਰ ਰਹੇ ਨੇ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ। ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਵਸ ਗਿਆ ਹੈ, ਸਭ ਤੋਂ ਵੱਡੀ ਗੱਲ ਇਹ ਆ ਕਿ ਕੇਵਲ ਜ਼ਬਾਨ ਨਾਲ ਜਪਣ ਨਾਲ ਗੱਲ ਨਹੀਂ ਬਣਨੀ। ਜਿੰਨਾ ਚਿਰ ਅੰਦਰੋਂ ਨਾ ਜਪਿਆ, ਗੱਲ ਇਹ ਅੰਦਰ ਦੀ ਹੈ, ਬਾਹਰ ਦੀ ਨਹੀਂ ਹੈ, ਵਿਖਾਵੇ ਦੀ ਨਹੀਂ ਹੈ। ਜਦੋਂ ਤੱਕ ਅੰਦਰ ਤੱਕ ਚੋਟ ਨਹੀਂ ਲੱਗੇਗੀ, ਹਿਰਦੇ ਤੱਕ ਚੋਟ ਨਹੀਂ ਲੱਗੇਗੀ, ਤਾਂ ਤੱਕ ਗੱਲ ਨਹੀਂ ਬਣਨੀ। ਸਤਿਗੁਰੂ ਸਮਝਾ ਰਹੇ ਨੇ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ। ਤੇ ਜਿਸ ਜਗਿਆਸੂ ਦੇ ਹਿਰਦੇ ਵਿੱਚ ਨਾਮ ਟਿਕ ਗਿਆ, ਜਿਸ ਦੇ ਮੁਖ ਵਿੱਚ ਅੰਮ੍ਰਿਤ ਨਾਮ ਟਿਕ ਗਿਆ ਹੈ, ਜਿਹੜਾ ਆਪਣੀ ਜ਼ਬਾਨ ਤੋਂ ਵੀ ਅੰਮ੍ਰਿਤ ਨਾਮ ਜਪਦਾ ਹੈ, ਆਪਣੇ ਹਿਰਦੇ ਦੇ ਵਿੱਚ ਵੀ ਜਿਨਨੇ ਨਾਮ ਟਿਕਾ ਲਿਆ ਹੈ। ਅਗਲੀ ਗੱਲ ਸਤਿਗੁਰ ਕਹਿੰਦੇ, ਨਰ ਹਰ ਨਾਮ ਨਰ ਹਰ ਨਿਹਕਾਮ। ਨਰ ਹਰ ਕਿਹਾ ਹੈ? ਪਰਮਾਤਮਾ ਨੂੰ, ਰੱਬ ਨੂੰ। ਉਹ ਪਰਮਾਤਮਾ ਦਾ ਨਾਮ ਜਿਸ ਮਨੁੱਖ ਨੇ ਜਪਿਆ ਹੈ, ਨਰ ਹਰ ਨਿਹਕਾਮ, ਤੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਨੇ ਬਖਸ਼ਿਸ਼ ਪਤਾ ਕੀ ਵਰਤਾਈ ਹੈ। ਉਹ ਬੰਦਾ ਜਿਹੜਾ ਹੈ ਉਹ ਨਿਸ਼ਕਾਮ ਹੋ ਗਿਆ ਹੈ, ਉਹਦੇ ਅੰਦਰੋਂ ਕਾਮਨਾ ਖਤਮ ਹੋ ਗਈ ਹੈ। ਆਪਾਂ ਗੁਰਦੁਆਰੇ ਆਉਂਦੇ ਹਾਂ, ਕੋਈ ਮੰਦਰ ਵਿੱਚ ਜਾਂਦਾ ਹੈ, ਮਸੀਤ ਵਿੱਚ ਜਾਂਦਾ ਹੈ, ਗਿਰਜੇ ਵਿੱਚ ਜਾਂਦਾ ਹੈ, ਕਿਤੇ ਵੀ ਜਾਂਦਾ ਹੈ, ਕੋਈ ਮਨੁੱਖ ਕਾਮਨਾ ਲੈ ਕੇ ਜਾਂਦਾ ਹੈ। ਤੇ ਪੁਰਾਤਨ ਜੇ ਆਪਾਂ ਪੌਰਾਣਿਕ ਇਤਿਹਾਸ ਪੜ੍ਹੀਏ ਤੇ ਉਹਦੇ ਵਿੱਚ ਇਹ ਲਿਖਿਆ ਗਿਆ, ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚੋਂ ਵੀ ਜ਼ਾਹਰ ਹੁੰਦਾ ਹੈ ਕਿ ਕਾਂਸ਼ੀ ਵਰਗੇ ਤੀਰਥਾਂ 'ਤੇ ਜੇ ਕਿਸੇ ਦੀ ਮੌਤ ਹੋਵੇ ਤੇ ਉਹ ਸੱਚਖੰਡ ਪਹੁੰਚਦਾ ਹੈ, ਰੱਬ ਤੱਕ ਪਹੁੰਚਦਾ ਹੈ। ਇਹ ਇੱਕ ਰਵਾਇਤ ਸੀ, ਇੱਕ ਮਨੌਤ ਸੀ, ਤੇ ਕਬੀਰ ਸਾਹਿਬ ਜੀ ਨੇ ਇਸ ਮਨੌਤ ਨੂੰ ਤੋੜਿਆ ਵੀ ਸੀ। ਉਹ ਆਪਣੇ ਜੀਵਨ ਦੇ ਅੰਤ ਹੋਣ ਤੋਂ ਪਹਿਲਾਂ ਉਹਨਾਂ ਨੇ ਕਾਂਸ਼ੀ ਛੱਡ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਜੇ ਮੇਰੇ ਅੰਦਰ ਨਾਮ ਦੀ ਬਖਸ਼ਿਸ਼ ਹੋਏਗੀ ਤੇ ਮੈਂ ਜਿੱਥੇ ਵੀ ਰਵਾਂਗਾ, ਪਰਮਾਤਮਾ ਮੈਨੂੰ ਉੱਥੇ ਹੀ ਆਪਣੇ ਨਾਲ ਮਿਲਾ ਲਏਗਾ। ਹੁਣ ਸਤਿਗੁਰੂ ਕੀ ਕਹਿ ਰਹੇ ਨੇ ਕਿ ਜਦੋਂ ਨਾਮ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਨਾਮ ਦੀ ਬਰਕਤ ਦੇ ਨਾਲ ਮਨੁੱਖ ਦੀ ਅੰਦਰ ਦੀ ਕਾਮਨਾ ਖਤਮ ਹੋ ਜਾਂਦੀ। ਹਰ ਮਨੁੱਖ ਕਾਮਨਾ ਲੈ ਕੇ ਆਉਂਦਾ ਹੈ, ਤੇ ਇਹ ਕਾਮਨਾ ਜਿਹੜੀ ਹੈ ਨਾ, ਇਹ ਸਾਨੂੰ ਭਟਕਾ ਦਿੰਦੀ ਹੈ। ਜਿਹੜੇ ਕੰਮ ਅਸੀਂ ਆਏ ਆ ਨਾ, ਉਹ ਜਿਹੜਾ ਅਸਲ ਕੰਮ ਸੀ ਉਹਦੇ ਤੋਂ ਸਾਡਾ ਜਿਹੜਾ ਧਿਆਨ ਹੈ ਉਹ ਭਟਕ ਜਾਏਗਾ। ਆਏ ਤੇ ਅਸੀਂ ਬਖਸ਼ਿਸ਼ ਲੈਣ ਸੀ ਨਾਮ ਦੀ, ਆਏ ਤੇ ਸੀ ਅਸੀਂ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਉਣ, ਪਰ ਜਿਸ ਵੇਲੇ ਕੋਈ ਕਾਮਨਾ ਅੰਦਰ ਧਾਰਨ ਕੀਤੀ ਹੈ, ਪੰਚਮ ਪਾਤਸ਼ਾਹ ਜੀ ਇਸ ਗੱਲ ਨੂੰ ਸਪਸ਼ਟ ਕਰਦੇ ਨੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬੋ ਸਾਧ ਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ, ਜਲ ਧੋਵੈ ਬੋ ਦੇ ਅਨੀਤ,
ਸੁਧ ਕਹਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਸਤਿਗੁਰ ਕਹਿੰਦੇ ਜਿੰਨਾ ਮਰਜੀ ਇਸ ਮਿੱਟੀ ਦੀ ਦੇਹੀ ਨੂੰ ਧੋ ਲਵੋ, ਇਸ ਦੇਹੀ ਨੂੰ ਧੋਣ ਦੇ ਨਾਲ ਗੱਲ ਨਹੀਂ ਬਣਨੀ। ਫਿਰ ਮੈਲ, ਅੰਦਰ ਦੀ ਮੈਲ ਤੇ ਫਿਰ ਉੱਥੇ ਦੀ ਉੱਥੇ ਹੀ ਰਹਿ ਗਈ। ਤੇ ਜੇ ਕਿਸੇ ਨੇ ਤੀਰਥਾਂ ਤੇ ਜਾ ਕੇ ਆਪਣੇ ਸਵਾਸ ਵੀ ਤਿਆਗ ਦਿੱਤੇ ਤੇ ਗੁਰੂ ਸਾਹਿਬ ਕਹਿੰਦੇ ਅੰਦਰ ਦੀ ਮੈਲ ਹਉਮੈ ਤੇ ਤੇਰੀ ਮਿਟੀ ਨਹੀਂ। ਤੀਰਥਾਂ ਤੇ ਤੇਰੀ ਮੌਤ ਜ਼ਰੂਰ ਹੋ ਗਈ ਹੈ, ਪਰ ਕੀ ਅੰਦਰ ਦੀ ਮੈਲ ਖਤਮ ਹੋਈ ਹੈ? ਅੰਦਰ ਦੀ ਕਾਮਨਾ, ਭਾਵਨਾ, ਇੱਛਾਵਾਂ ਤੇਰੀਆਂ ਖਤਮ ਹੋਈਆਂ? ਨਹੀਂ ਹੋਈਆਂ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ, ਤੇ ਅੰਦਰ ਦਾ ਗਰਭ ਖਤਮ ਹੋਇਆ। ਅੰਦਰ ਦੀ ਹਉਮੈ ਮੋਹ ਮਾਇਆ ਖਤਮ ਹੋਈ ਹੈ। ਤੀਰਥਾਂ ਤੇ ਜਾ ਕੇ ਸਵਾਸ ਤਿਆਗਣ ਨਾਲ ਸਤਿਗੁਰ ਕਹਿੰਦੇ ਨਹੀਂ ਹੋਈ। ਮਨ ਹਰ ਕੇ ਨਾਮ ਕੀ ਮਹਿਮਾ ਊਚ। ਸਤਿਗੁਰ ਕਹਿੰਦੇ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੀ ਮਹਿਮਾ ਹੀ ਸਭ ਤੋਂ ਉੱਚੀ ਹੈ, ਜਿਹਦੇ ਨਾਲ ਅਨੇਕਾਂ ਪਤਿਤ ਲੋਕ, ਪਾਪੀ ਲੋਕ ਜਿਹੜੇ ਨੇ ਨਾਮ ਦੀ ਬਖਸ਼ਿਸ਼ ਦੇ ਨਾਲ ਤਰ ਜਾਂਦੇ ਨੇ। ਹੁਣ ਤਰਨਾ ਹੀ ਤੇ ਜ਼ਰੂਰੀ ਹੈ। ਡੁੱਬਣ ਵਾਸਤੇ ਤੇ ਆਪਾਂ ਆਏ ਨਹੀਂ ਮਨੁੱਖਾ ਜਨਮ ਲੈ ਕੇ, ਕਿਉਂਕਿ ਅਨੇਕਾਂ ਜੋਨੀਆਂ ਵਿੱਚੋਂ ਭਟਕਦੇ ਆਏ ਆ, ਉਹਨਾਂ ਵਿੱਚ ਤੇ ਡੁੱਬੇ ਹੀ ਆ। ਮਨੁੱਖਾ ਦੇ ਹੀ ਕਾਹਦੇ ਵਾਸਤੇ ਮਿਲੀ ਹੈ? ਸਤਿਗੁਰੂ ਇਹੀ ਗੱਲ ਸਮਝਾ ਰਹੇ ਆ। ਔਰ ਜਪਜੀ ਸਾਹਿਬ ਦੀ ਬਾਣੀ ਜਦੋਂ ਆਪਾਂ ਦੇ ਕਿਤੇ ਧਿਆਨ ਨਾਲ ਪੜ੍ਹੀਏ ਨਾ, ਕੇਵਲ ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਹੀ ਸਾਰਾ ਅੰਤਰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਅੰਦਰ ਦੀ ਹੀ ਗੱਲ ਕੀਤੀ ਹੈ ਸਾਰੀ, ਬਈ ਅੰਦਰ ਅਸੀਂ ਪਰਮਾਤਮਾ ਦੇ ਨਾਮ ਨੂੰ ਟਿਕਾਉਣਾ। ਸਾਰਾ ਕੁਝ ਅੰਦਰ ਹੀ ਹੈ, ਬਾਹਰ ਤੇ ਕੁਝ ਵੀ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਜੋ ਇਸ ਗੱਲ ਨੂੰ ਹੋਰ ਵੀ ਸਪਸ਼ਟ ਕਰਦਾ ਹੈ। ਹਜ ਹਮਾਰੀ ਗੋਮਤੀ ਤੀਰ, ਜਹਾਂ ਬਸੈ ਪੀਤੰਬਰ ਪੀਰ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਅੰਦਰ ਹੀ ਹੱਜ ਹੈ, ਬਾਹਰ ਤੇ ਮੈਨੂੰ ਹੱਜ ਕਰਨ ਦੀ ਲੋੜ ਹੀ ਨਹੀਂ। ਮੇਰੇ ਅੰਦਰ ਕਾਬਾ ਹੈ, ਮੇਰੇ ਅੰਦਰ ਤੀਰਥ ਹੈ ਗੋਮਤੀ, ਮੇਰੇ ਅੰਦਰ ਹੀ ਵਗਦੀ ਪਈ ਹੈ, ਮੈਨੂੰ ਤੇ ਬਾਹਰ ਜਾਣ ਦੀ ਲੋੜ ਹੀ ਨਹੀਂ। ਤੇ ਕਬੀਰ ਸਾਹਿਬ ਇੱਕ ਰਾਂ ਤੁਰੇ ਵੀ ਸੀ ਬਾਹਰ, ਆਪ ਹੀ ਉਹਨਾਂ ਨੇ ਬਾਣੀ ਵਿੱਚ ਸਪਸ਼ਟ ਵੀ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਹਜ ਕਾਬੈ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ, ਸਾਈਂ ਮੁਝ ਸਿਓ ਲਰ ਭਰਿਆ, ਤੁਝ ਕਿਨ ਫੁਰਮਾਈ ਗਾਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਹਜ ਨੂੰ ਗਿਆ, ਉੱਥੇ ਰੱਬ ਨਾਲ ਆਮੋ ਸਾਹਮਣਾ ਹੋ ਗਿਆ, ਖੁਦਾ ਨਾਲ। ਮੈਂ ਸੋਚਿਆ ਖੁਦਾ ਬੜਾ ਖੁਸ਼ ਹੋਏਗਾ, ਬਈ ਕਬੀਰ ਹਜ ਕਰਨ ਆਇਆ। ਕਹਿੰਦੇ ਖੁਦਾ ਤੇ ਮੇਰੇ ਨਾਲ ਲੜ ਪਿਆ, ਨਾਰਾਜ਼ ਹੋ ਪਿਆ। ਕਹਿਣ ਲੱਗਾ ਕਬੀਰ ਮੈਂ ਕਦੋਂ ਤੈਨੂੰ ਕਿਹਾ ਸੀ ਵੀ ਗਾਂ ਆਦਿਕ ਦੀ ਬਲੀ ਦੇ ਤੇ ਮੈਂ ਤੇਰੇ ਉੱਤੇ ਖੁਸ਼ ਹੋਊਂਗਾ? ਤੁਝ ਕਿਨ ਫੁਰਮਾਈ ਗਾਏ, ਮੈਂ ਤੈਨੂੰ ਕਦੋਂ ਕਿਹਾ ਸੀ ਗਾਂ ਆਦਿਕ ਦੀ ਬਲੀ ਦੇ? ਕਿਉਂਕਿ ਇਸਲਾਮੀ ਲੋਕ ਜਿਹੜੇ ਉਹ ਗਾਂ ਦੀ ਬਲੀ ਨੂੰ ਸੋਚਦੇ ਵੀ ਬਲੀ ਦੇਵਾਂਗੇ ਤੇ ਉਹ ਪ੍ਰਵਾਨ ਹੋਏਗੀ। ਔਰ ਇੱਕ ਸ਼ਬਦ ਹੋਰ ਵੀ ਕਬੀਰ ਜੀ ਦੇ ਪਰਥਾਏ ਆਉਂਦਾ ਹੈ ਕਿ ਕਬੀਰ ਸਾਹਿਬ ਜੀ ਦਾ ਜਿਹੜਾ ਕੁਲ ਹੈ, ਜਾ ਕੇ ਈਦ ਬਕਰੀਦ ਕੁਲ ਗਊਰੇ ਬੱਧ ਕਰੈ, ਮਾਨੀਐ ਸ਼ੇਖ ਸ਼ਹੀਦ ਪੀਰਾ। ਬਾਬਾ ਕਬੀਰ ਸਾਹਿਬ ਜੀ ਦੀ ਕੁਲ ਕਿਹੜੀ ਹੈ? ਇਸਲਾਮ ਧਰਮ ਨੂੰ ਮੰਨਦੇ ਨੇ। ਉਹ ਸ਼ਹੀਦਾਂ ਦੀ ਪੂਜਾ ਕਰਦੇ, ਜਿਹੜੇ ਉਹਨਾਂ ਦੇ ਸ਼ਹੀਦ ਨੇ, ਸੈਯਦ ਜਿਨ੍ਹਾਂ ਨੂੰ ਸੈਯਦ ਕਹਿੰਦੇ ਆ, ਉਹਨਾਂ ਦੀ ਪੂਜਾ ਕਰਦੇ। ਜਿਨ੍ਹਾਂ ਦੇ ਖਾਨਦਾਨ ਦੇ ਲੋਕ ਗਊ ਦੀ ਬਲੀ ਦੇ ਕੇ ਤੇ ਆਪਣੇ ਖੁਦਾ ਨੂੰ ਖੁਸ਼ ਕਰਦੇ ਨੇ। ਬਾਬਾ ਕਬੀਰ ਸਾਹਿਬ ਜੀ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਵੀ ਮੈਨੂੰ ਤੇ ਰੱਬ ਨੇ ਮਨਾ ਕੀਤਾ ਜੇ, ਇਹ ਬਲੀ ਦੇਣ ਤੋਂ ਪਰਮਾਤਮਾ ਨੇ ਮੈਨੂੰ ਰੋਕ ਦਿੱਤਾ ਸੀ ਕਿ ਤੈਨੂੰ ਬਾਹਰ ਦੇ ਹਜ, ਬਾਹਰ ਦੀਆਂ ਬਲੀਆਂ ਦੇਣ ਦੀ ਤੈਨੂੰ ਕੋਈ ਲੋੜ ਨਹੀਂ ਹੈ, ਮੈਂ ਤੇ ਤੇਰੇ ਅੰਦਰ ਬੈਠਾ। ਹਜ ਹਮਾਰੀ ਗੋਮਤੀ ਤੀਰ, ਜਹਾਂ ਬਸੈ ਪੀਤੰਬਰ ਪੀਰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਹਿਰਦੇ ਦੇ ਅੰਦਰ ਪੀਤਾਂਬਰ ਰੱਬ ਬੈਠਾ ਹੈ, ਮੇਰੇ ਹਿਰਦੇ ਵਿੱਚ ਤੇ ਰੱਬ ਬੈਠਾ ਹੋਇਆ, ਤੇ ਤਾਂ ਹੀ ਮੇਰੇ ਅੰਦਰ ਹਜ ਵੀ ਮੇਰੇ ਅੰਦਰੋਂ ਹੀ ਹੋ ਰਿਹਾ, ਤੀਰਥਾਂ ਦਾ ਇਸ਼ਨਾਨ ਵੀ ਮੇਰੇ ਅੰਦਰੋਂ ਹੋ ਰਿਹਾ, ਮੈਨੂੰ ਤੇ ਬਾਹਰ ਜਾਣ ਦੀ ਕੋਈ ਲੋੜ ਹੀ ਨਹੀਂ ਹੈ। ਵਾਹੋ ਵਾਹੋ ਕਿਆ ਖੂਬ ਗਾਵਤਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਮਨ ਦੇਖੋ ਕਿੰਨਾ ਪਰਮਾਤਮਾ ਦੀ ਵਡਿਆਈ ਕਰਦਾ ਪਿਆ, ਕਿੰਨਾ ਪਰਮਾਤਮਾ ਦੀ ਮਹਿਮਾ ਗਾਇਨ ਕਰਦਾ ਪਿਆ ਹੈ। ਵਾਹੋ ਵਾਹੋ ਕਿਆ ਖੂਬ ਗਾਵਤਾ ਹੈ।
ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਮਨ ਨੂੰ ਪਰਮਾਤਮਾ ਦਾ ਨਾਮ ਬੜਾ ਹੀ ਚੰਗਾ ਲੱਗ ਰਿਹਾ ਹੈ, ਬਹੁਤ ਹੀ ਪਰਮਾਤਮਾ ਦੇ ਨਾਲ ਲਗਾਵ ਹੋ ਗਿਆ ਮੇਰੇ ਮਨ ਦਾ। ਤੇ ਅਗਲੀ ਗੱਲ ਉਹਨਾਂ ਨੇ ਕੀ ਕਹੀ, ਨਾਰਦ ਸਾਰਦ ਕਰੈ ਖਵਾਸੀ, ਪਾਸ ਬੈਠੀ ਬੀਬੀ ਕਮਲਾ ਦਾਸੀ। ਇਹ ਵੀ ਗੱਲ ਬੜੀ ਮਹੱਤਵਪੂਰਨ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨਾਰਦ ਭਗਤ ਵਰਗੇ ਔਰ ਸ਼ਾਰਦਾ ਦੇਵੀ ਇਹ ਪਰਮਾਤਮਾ ਦੀ ਟਹਿਲ ਕਰਦੇ ਪਏ, ਉਸ ਪਰਮਾਤਮਾ ਦੀ ਜਿਹੜਾ ਮੇਰੇ ਅੰਦਰ ਬੈਠਾ ਹੈ, ਬਾਹਰ ਨਹੀਂ। ਨਾਰਦ ਸਾਰਦ ਕਰੇ ਖਵਾਸੀ, ਪਾਸ ਬੈਠੀ ਬੀਬੀ ਕਮਲਾ ਦਾਸੀ। ਕਮਲਾ ਕਿਹਨੂੰ ਕਿਹਾ? ਲక్ష్ਮੀ ਨੂੰ। ਲੋਕ ਲక్ష్ਮੀ ਦੀ ਪੂਜਾ ਕਰਦੇ ਆ, ਤੇ ਕਬੀਰ ਸਾਹਿਬ ਜੀ ਕਹਿੰਦੇ ਲక్ష్ਮੀ ਮੇਰੇ ਅੰਦਰ ਬੈਠੇ ਹੋਏ ਰੱਬ ਦੀ ਟਹਿਲਣ ਹੈ, ਦਾਸੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਐਸੇ ਪਰਮਾਤਮਾ ਦੇ ਮੈਂ ਗੁਣ ਗਾਇਨ ਕਰਦਾ ਹਾਂ। ਕੰਠੇ ਮਾਲਾ ਜਿਹਬਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਕੰਠ ਵਿੱਚ, ਮੇਰੇ ਗਲੇ ਵਿੱਚ ਰਾਮ ਰਾਮ ਦੀ ਮਾਲਾ ਹੈ। ਹੈਗੇ ਮੁਸਲਮਾਨ ਤੇ ਕਹਿ ਕੀ ਰਿਹਾ, ਮੈਂ ਰਾਮ ਜਪ ਰਿਹਾ। ਵੇਖੋ ਇਹ ਵੀ ਬੜੀ ਅਚੰਭੇ ਵਾਲੀ ਗੱਲ ਹੈ। ਕੱਟੜਤਾ ਐਨੀ ਹੈ। ਅੱਜ ਦੇਖੋ ਮੁਸਲਮਾਨ ਜ਼ਬਰਦਸਤੀ ਕਹਿੰਦਾ ਤੁਸੀਂ ਅੱਲਾ ਅੱਲਾ ਬੋਲੋ, ਹਿੰਦੂ ਜ਼ਬਰਦਸਤੀ ਕਹਿੰਦਾ ਹੈ ਤੂੰ ਰਾਮ ਰਾਮ ਬੋਲ। ਪਰ ਕਬੀਰ ਸਾਹਿਬ ਮੁਸਲਮਾਨ ਹੋਣ ਦੇ ਬਾਵਜੂਦ ਕਹਿੰਦੇ ਮੈਂ ਰਾਮ ਜਪਦਾ ਪਿਆ। ਕਿਉਂ? ਕਿਉਂਕਿ ਅਵਸਥਾ ਉਹ ਹੋ ਚੁੱਕੀ ਹੈ ਜਿੱਥੇ ਰਾਮ ਅੱਲਾ ਸਭ ਇੱਕ ਬਰਾਬਰ ਹੋ ਜਾਂਦੇ ਆ, ਜਿੱਥੇ ਕੇਵਲ ਮਨੁੱਖਤਾ ਦਿਖਾਈ ਦਿੰਦੀ ਹੈ। ਕੋਈ ਹਿੰਦੂ ਮੁਸਲਮਾਨ ਈਸਾਈ ਬੋਧੀ ਜੈਨੀ ਨਹੀਂ ਦਿਖਾਈ ਦਿੰਦਾ, ਸਭ ਇਨਸਾਨ ਦਿਖਾਈ ਦਿੰਦੇ ਆ, ਸਭ ਪਰਮਾਤਮਾ ਦੀ ਜੋਤ ਦਿਖਾਈ ਦਿੰਦੇ। ਉਹ ਅਵਸਥਾ 'ਚ ਕਬੀਰ ਸਾਹਿਬ ਪਹੁੰਚ ਗਏ। ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਰਾਮ ਗੁਣ ਗਾਉ, ਕਹਿੰਦੇ ਮੈਂ ਤੇ ਰਾਮ ਦੇ ਗੁਣ ਗਾ ਰਿਹਾ। ਅੱਗੇ ਕੀ ਕਹਿੰਦੇ, ਹਿੰਦੂ ਤੁਰਕ ਦੋ ਸਮਝਾਉ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਤੇ ਹਿੰਦੂਆਂ ਨੂੰ ਵੀ ਸਮਝਾਉਣਾ, ਤੇ ਤੁਰਕ ਦਾ ਮਤਲਬ ਮੁਸਲਮਾਨ। ਕਹਿੰਦੇ ਮੈਂ ਮੁਸਲਮਾਨਾਂ ਨੂੰ ਵੀ ਸਮਝਾਉਣਾ ਹੈ ਕਿ ਪਰਮਾਤਮਾ ਦੇ ਗੁਣ ਗਾ ਲਓ, ਇੱਧਰ ਉੱਧਰ ਦੀਆਂ ਭਟਕਣਾ ਜਿਹੜੀਆਂ ਨੇ ਉਹ ਛੱਡ ਦਿਓ। ਜਿੰਨਾ ਚਿਰ ਝਗੜਿਆਂ ਝਮੇਲਿਆਂ ਵਿੱਚ, ਨਾਮ ਦੇ ਝਮੇਲਿਆਂ ਵਿੱਚ ਪਏ ਰਹੋਗੇ ਵੀ ਆ ਅੱਲਾ ਦਾ ਨਾਮ ਚੰਗਾ ਹੈ, ਰਾਮ ਦਾ ਨਾਮ ਚੰਗਾ ਹੈ, ਵਾਹਿਗੁਰੂ ਦਾ ਨਾਮ ਚੰਗਾ ਹੈ, ਗੋਡ ਵਾਲੇ ਕਹਿੰਦੇ ਗੋਡ ਚੰਗਾ, ਅੱਲਾ ਵਾਲੇ ਕਹਿੰਦੇ ਅੱਲਾ ਚੰਗਾ, ਰਾਮ ਵਾਲੇ ਕਹਿੰਦੇ ਰਾਮ ਚੰਗਾ। ਬਾਬਾ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ ਚੰਗਾ ਹੈ, ਉਹਨੂੰ ਕਿਸੇ ਵੀ ਨਾਮ ਨਾਲ ਪੁਕਾਰ ਲਓ। ਸਭ ਨੂੰ ਸਾਂਝਾ ਉਪਦੇਸ਼ ਦੇ ਰਹੇ ਆ। ਹਿੰਦੂ ਤੁਰਕ ਦੋ ਸਮਝਾਓ। ਕਬੀਰ ਸਾਹਿਬ ਕਹਿੰਦੇ ਮੈਂ ਤੇ ਹਿੰਦੂਆਂ ਨੂੰ ਵੀ ਸਮਝਾ ਰਿਹਾ ਤੇ ਮੁਸਲਮਾਨਾਂ ਨੂੰ ਵੀ ਸਮਝਾ ਰਿਹਾ ਵੀ ਆਜੋ ਪਰਮਾਤਮਾ ਦੇ ਝੰਡੇ ਥੱਲੇ ਆਓ, ਪਰਮਾਤਮਾ ਦਾ ਸਿਮਰਨ ਕਰੋ। ਇਹ ਦੁਨਿਆਵੀ ਝਗੜੇ ਰੱਬ ਦੇ ਨਾਂ ਦੇ, ਅੱਲਾ ਦੇ ਨਾਂ ਦੇ, ਰਾਮ ਦੇ ਨਾਂ ਦੇ ਝਗੜੇ ਛੱਡ ਦਿਓ, ਝਗੜੇ ਮਿਟਾ ਦਿਓ। ਕਿਉਂਕਿ ਇਨਸਾਨ ਸਭ ਇੱਕ ਬਰਾਬਰ ਹੈ। अव्वल अल्लाह नूर उपाया, कुदरत के सब बंदे एक नूर ते सब जग उपजया, कौन भले को बंदे। एक जोत तो जदों मुसलमान भी उस जोत तो पैदा होया, हिंदू भी उस जोत तो पैदा होया, सिख भी उस जोत तो, ईसाई भी, बोधी जैनी यहूदी सारे एक जोत तो पैदा होए आ, ते सारे आपस में भरा ने। फिर एक प्यो जदों साडा एक है तो फिर सारे भैन भरा ना हो गए। झगड़ा कित्थे है? झगड़ा उत्थों तक है जदों तक सानू गल समझ नहीं आई, जदों तक असी समझे नहीं भी परमात्मा एक है। इहो ही गल अज गुरु नानक जगत गुरु नानक साहब जी अज दे शब्द विच सानू समझाउण दी कोशिश कर रहे आ भी जदों किते बादशाह आ जांदा ना, बादशाह उत्थे सफाइयां हो जांदियां ने, उत्थे दूरों दूरों चल के विद्वान सज्जण पहुँच जाते, उत्थे सूरबीर योधे पहुँच जाते, उत्थे रौनकां लग जांदियां ने, उत्थे सारे डर दूर हो जाते भी राजा आ गया, कोई गल होएगी राजे नूं दसांगे। ते गुरु साहब पता की कहंदे, जिथे राजान राज भानान भान, देवान देव उपमा महान। जिथे राजियां दा राजा, राजन मैं तू राजा कही है,
ਜਿਹੜਾ ਰਾਜਿਆਂ ਤੋਂ ਵੱਡਾ ਰਾਜਾ, ਜਿਹੜਾ ਧਰਤੀ ਅੱਜ ਕੋਈ ਕਹਿੰਦਾ ਮੇਰੇ ਕੋਲ 100 ਕਿੱਲੇ 500 ਕਿੱਲੇ 5000 ਕਿੱਲੇ, ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦੀ ਤੇ ਸਾਰੀ ਧਰਤੀ ਹੈ, ਉਹ ਤੇ ਇੰਨਾ ਵੱਡਾ ਭੂਮੀ ਦਾ ਮਾਲਕ ਹੈ। ਉਹ ਰਾਜਾ ਜਿਸ ਘਰ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ, ਉਸ ਘਰ ਹਿਰਦੇ ਵਿੱਚ ਸਾਰੇ ਸ਼ੁਭ ਗੁਣ, ਉਸ ਘਰ ਹਿਰਦੇ ਵਿੱਚ ਰੌਣਕਾਂ, ਸਦ ਖੁਸ਼ੀਆਂ, ਸਦ ਚਾਓ ਉਸ ਘਰ ਹਿਰਦੇ ਵਿੱਚ ਬਣ ਜਾਂਦੇ ਨੇ। ਤੇ ਘਰ ਹਿਰਦੇ ਦੀ ਗੱਲ ਹੀ ਸਤਿਗੁਰਾਂ ਨੇ ਕੀਤੀ ਹੈ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨੇਹ ਕਾਮ। ਜਿਸ ਜਗਿਆਸੂ ਦੇ ਹਿਰਦੇ ਵਿੱਚ ਅੰਮ੍ਰਿਤ ਰੂਪੀ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਪਰਮਾਤਮਾ ਦਾ ਨਾਮ ਕੀ ਕਰਦਾ ਹੈ? ਉਹਨੂੰ ਨਿਸ਼ਕਾਮ ਬਣਾ ਦਿੰਦਾ ਹੈ, ਕਾਮਨਾ ਰਹਿਤ ਬਣਾ ਦਿੰਦਾ ਹੈ। ਕਾਮਨਾ ਕੇਵਲ ਇੱਕੋ ਹੀ ਅੰਦਰ ਰਹਿ ਜਾਂਦੀ ਹੈ ਕਿ ਪਰਮਾਤਮਾ ਮੈਂ ਤੇਰੇ ਨਾਲ ਇੱਕਮਿਕਤਾ ਹਾਸਲ ਕਰਨੀ, ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਹੋਰ ਮੈਂ ਕੁਝ ਨਹੀਂ ਮੰਗਦਾ। ਸ਼ਬਦ ਦੀ ਆਰੰਭਤਾ ਵਿੱਚ ਸਤਿਗੁਰੂ ਸਮਝਾ ਰਹੇ, ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਸ਼ਬਦ ਦੇ ਜਦੋਂ ਦਰਸ਼ਨ ਕਰੀਏ ਨਾ ਪਤਾ ਲੱਗਦਾ ਹੈ, ਇੰਝ ਪ੍ਰਤੀਤ ਹੁੰਦਾ ਵੀ ਕਿਸੇ ਜਗਿਆਸੂ ਨੇ ਸਵਾਲ ਕੀਤੇ ਆ ਗੁਰੂ ਸਾਹਿਬ ਨੂੰ, ਔਰ ਇਹਨਾਂ ਸਵਾਲਾਂ ਦੇ ਅੱਗੇ ਗੁਰੂ ਸਾਹਿਬ ਫਿਰ ਉੱਤਰ ਵੀ ਆਪ ਹੀ ਦਿੰਦੇ ਆ, ਸਮਝਾ ਵੀ ਦਿੰਦੇ ਵੀ ਇਹ ਸਵਾਲ ਜਿਹੜੇ ਨੇ ਇਹਨਾਂ ਦਾ ਉੱਤਰ ਕੀ ਹੈ। ਤੇ ਸਵਾਲ ਕੀ ਹੈ? ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੇ ਕਹਿ ਜਾਏ ਸਮਾਵੈ। ਕਿ ਇਹ ਜਿਹੜਾ ਜੀਵ ਹੈ ਇਹ ਕਿੱਥੋਂ ਆਉਂਦਾ ਹੈ, ਇਹ ਜੀਵ ਕਿੱਥੋਂ ਪੈਦਾ ਹੋਇਆ ਹੈ, ਕਿੱਥੇ ਜਾ ਕੇ ਇਹ ਜੀਵ ਮਰਨ ਤੋਂ ਬਾਅਦ ਸਮਾ ਜਾਂਦਾ ਹੈ, ਇਹ ਸਵਾਲ ਹੈ। ਗੁਰੂ ਸਾਹਿਬ ਦੇ ਅੱਗੇ ਇੱਕ ਸਵਾਲ ਪਾਇਆ ਜਗਿਆਸੂ ਨੇ ਕਿ ਸਤਿਗੁਰੂ ਇਹ ਦੱਸੋ ਜੀਵ ਕਿੱਥੋਂ ਆਉਂਦਾ ਹੈ, ਕਿੱਥੋਂ ਪੈਦਾ ਹੋਇਆ, ਕਿੱਥੇ ਜਾ ਕੇ ਮੁੱਕ ਜਾਂਦਾ ਹੈ, ਕਿੱਥੇ ਇਹਦਾ ਐਂਡ ਹੈ, ਬਾਰ-ਬਾਰ ਜਨਮ ਲੈ ਰਿਹਾ, ਬਾਰ-ਬਾਰ ਮੌਤ ਹੋ ਰਹੀ ਹੈ, ਅੰਤ ਕਿੱਥੇ, ਸਮਾਉਣਾ ਕਿੱਥੇ ਇਹਨੇ। ਹੁਣ ਇੱਕ ਵਾਰ ਕਿਸੇ ਮਹਾਂਪੁਰਸ਼ ਨੂੰ ਜਗਿਆਸੂਆਂ ਨੇ ਸਵਾਲ ਕੀਤਾ ਵੀ ਮਹਾਂਪੁਰਸ਼ੋ ਇਹ ਦੱਸੋ ਵੀ ਬੰਦਾ ਆਉਂਦਾ ਕਿੱਥੋਂ ਹੈ ਤੇ ਜਾਂਦਾ ਕਿੱਥੋਂ ਹੈ। ਤੇ ਮਹਾਤਮਾ ਬੜਾ ਸੱਚਾ ਸੀ, ਕਹਿਣ ਲੱਗਾ ਭਲਿਓ ਇਹ ਤੇ ਮੈਨੂੰ ਵੀ ਨਹੀਂ ਪਤਾ ਕਿ ਬੰਦਾ ਆਉਂਦਾ ਕਿੱਥੋਂ ਹੈ ਤੇ ਜਾਂਦਾ ਕਿੱਥੇ ਹੈ, ਪਰ ਕਹਿੰਦੇ ਇੱਕ ਗੱਲ ਮੈਨੂੰ ਪਤਾ ਹੈ ਜਿਹੜੀ ਤੁਹਾਡੇ ਬੜੀ ਕੰਮ ਆਏਗੀ। ਕਹਿਣ ਲੱਗੇ ਦੱਸੋ ਜੀ। ਕਹਿੰਦਾ ਮੈਨੂੰ ਇਹ ਪਤਾ ਹੈ ਕਿ ਬੰਦਾ ਰੋਂਦਾ ਹੀ ਆਉਂਦਾ ਤੇ ਰੋਂਦਾ ਹੀ ਚਲਾ ਜਾਂਦਾ ਹੈ, ਰੋਂਦਾ ਹੀ ਆਉਂਦਾ ਹੈ ਤੇ ਰੋਂਦਾ ਰੋਂਦਾ ਹੀ ਵਾਪਸ ਚਲਾ ਜਾਂਦਾ ਹੈ, ਇਹ ਮੈਨੂੰ ਪਤਾ ਹੈ। ਤੇ ਮਹਾਤਮਾ ਬੜਾ ਸੱਚਾ ਸੀ, ਉਹਨੇ ਸੱਚ ਬੋਲਿਆ। ਕਹਿੰਦਾ ਆਉਣ ਜਾਣ ਦਾ ਤੇ ਮੈਨੂੰ ਵੀ ਨਹੀਂ ਪਤਾ, ਕਿਉਂਕਿ ਮੈਂ ਹਾਲੇ ਤੱਕ ਉੱਥੋਂ ਤੱਕ ਨਹੀਂ ਪਹੁੰਚਿਆ। ਜੇ ਕੋਈ ਪਖੰਡੀ ਹੁੰਦਾ ਤੇ ਕਿਤੇ ਨਾ ਕਿਤੇ ਘੁਮਾ ਕੇ ਬੰਦੇ ਨੂੰ ਕਿਤੇ ਨਾ ਕਿਤੇ ਟਿਕਾ ਦਿੰਦਾ। ਤੇ ਮਹਾਤਮਾ ਨੇ ਇੱਕ ਗੱਲ ਨਾਲ ਹੀ ਵੀ ਕਹੀ ਵੀ ਜੇ ਸੰਸਾਰ ਵਿੱਚ ਆਏ ਹੋ ਨਾ, ਇੱਕ ਸਰਾਂ ਹੈ, ਸਰਾਂ ਦੀ ਤਰ੍ਹਾਂ ਹੈ। ਜੇ ਇਸ ਸਰਾਂ ਦੇ ਵਿੱਚ ਆਏ ਹੋ ਤੇ ਜਾਣ ਲੱਗਿਆਂ ਗੰਦ ਪਾ ਕੇ ਨਾ ਜਾਇਓ। 4 ਦਿਨ ਦੀ ਜ਼ਿੰਦਗੀ ਹੈ, ਇੱਕ ਸਰਾਂ ਦੀ ਤਰ੍ਹਾਂ ਮਨੁੱਖਾ ਜੀਵਨ ਹੈ। ਇੱਥੇ ਆਏ ਹੋ, ਜਾਣ ਲੱਗਿਆਂ ਕੋਈ ਭਲੇ ਦਾ ਕੰਮ ਕਰਕੇ ਜਾਇਓ। ਸਰਾਂ ਦੇ ਕਮਰੇ ਦੀ ਬੈੱਡ ਸ਼ੀਟ ਝਾੜ ਕੇ ਜਾਇਓ, ਕਮਰੇ ਦੀ ਸਫਾਈ ਕਰਕੇ ਜਾਇਓ, ਬਾਥਰੂਮ ਸਾਫ ਸੁਥਰਾ ਛੱਡ ਕੇ ਜਾਇਓ, ਕਿਉਂਕਿ ਜਿਹੜਾ ਦੂਸਰਾ ਯਾਤਰੀ ਆਉਣਾ ਉਹਦੇ ਵਾਸਤੇ ਸਾਫ ਸੁਥਰੀ ਜਗ੍ਹਾ ਮਿਲ ਸਕੇ। ਤੇ ਜੇ ਜ਼ਹਿਰ ਘੋਲ ਕੇ ਅਸੀਂ ਸੰਸਾਰ ਵਿੱਚ ਗਏ ਤੇ ਅੱਜ ਜਿਵੇਂ ਜ਼ਹਿਰ ਘੋਲਿਆ ਜਾ ਰਿਹਾ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਨੂੰ ਜੀਣਾ ਮੁਸ਼ਕਲ ਹੋ ਜਾਣਾ ਹੈ। ਅੱਜ ਇਤਨਾ ਜ਼ਿਆਦਾ ਜ਼ਹਿਰ ਮਨੁੱਖਤਾ ਨੇ ਘੋਲ ਦਿੱਤਾ ਹੈ, ਆਉਣ ਵਾਲੀਆਂ ਨਸਲਾਂ ਨੂੰ ਜੀਣਾ ਮੁਸ਼ਕਲ ਹੋ ਜਾਏਗਾ। ਆਏ ਆ ਤੇ ਕੁਝ ਨਾ ਕੁਝ ਐਸਾ ਕਰਕੇ ਜਾਈਏ ਕਿ ਸੰਸਾਰ, ਆਉਣ ਵਾਲਾ ਸੰਸਾਰ ਜਿਹੜਾ ਉਹ ਸਾਡੇ ਜੀਵਨ ਤੋਂ ਸੇਧ ਲੈ ਸਕੇ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਕਿੱਥੋਂ ਸੰਸਾਰ ਦੇ ਜੀਵ ਆਏ ਨੇ, ਕਿੱਥੇ ਜਾ ਕੇ ਇਹ ਸਮਾ ਜਾਂਦੇ ਨੇ, ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ਹੁਣ ਜੀਵ ਦਾ ਜਨਮ ਹੋਇਆ, ਬੱਚਾ ਰੋਂਦਾ ਹੈ, ਉਹ ਚੀਕਾਂ ਮਾਰਦਾ ਹੈ ਤੇ ਘਰ ਵਾਲੇ ਬੜੇ ਖੁਸ਼ ਹੁੰਦੇ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਉਹ ਤੇ ਰਤਨ ਗਵਾ ਕੇ ਆਇਆ, ਰੋਵੈ ਰਤਨ ਗਵਾਏ ਕਾ। ਉਹ ਤੇ ਆਪਣੇ ਰਤਨ ਰੂਪੀ ਨਾਮ ਨੂੰ ਗਵਾ ਕੇ ਰੋ ਰਿਹਾ। ਘਰ ਵਾਲੇ ਖੁਸ਼ ਹੋ ਰਹੇ, ਥਾਲੀਆਂ ਵਜਾ ਰਹੇ, ਢੋਲ ਵਜਾ ਰਹੇ ਵੀ ਸਾਡੇ ਘਰ ਕਾਕਾ ਆਇਆ।
ਤੇ ਕਾਕੇ ਨੂੰ ਪੁੱਛ ਕੇ ਵੇਖੋ, ਉਹ ਤੇ ਚੀਕਾਂ ਮਾਰਦੇ, ਉਹਦੀਆਂ ਤੇ ਚੀਕਾਂ ਨਿਕਲ ਗਈਆਂ, ਕਿਉਂਕਿ ਜਦੋਂ ਲਿਵ ਜੁੜੀ ਹੋਈ ਸੀ, ਲਿਵ ਟੁੱਟੀ ਹੈ। ਤੇ ਬਾਲਕ ਜਦੋਂ ਬਾਹਰ ਉਹਨੇ ਜਨਮ ਲਿਆ ਹੈ, ਸੰਸਾਰ ਵੇਖਿਆ, ਅੱਖਾਂ ਖੁੱਲ੍ਹਦਿਆਂ ਸਾਰ ਲਿਵ ਟੁੱਟ ਗਈ, ਉਹਦੀਆਂ ਚੀਕਾਂ ਨਿਕਲ ਗਈਆਂ ਵੀ ਪਰਮਾਤਮਾ ਮੇਰੇ ਨਾਲ ਕੀ ਕਰ ਦਿੱਤਾ ਈ, ਮੇਰੇ ਨਾਲੇ ਕੀ ਭਾਣਾ ਵਰਤ ਗਿਆ, ਮੈਂ ਤੇ ਬੜੇ ਆਨੰਦ ਵਿੱਚ ਸੀ, ਮੈਂ ਤੇ ਬੜੇ ਸੁੱਖ ਵਿੱਚ ਜੀ ਰਿਹਾ ਸੀ, ਆਹ ਮੇਰੇ ਨਾਲ ਕੀ ਭਾਣਾ ਵਰਤ ਗਿਆ, ਮੈਂ ਤੇ ਟੁੱਟ ਗਿਆ ਤੇਰੇ ਨਾਲੋਂ, ਮੈਂ ਦੁਬਾਰਾ ਕਿਵੇਂ ਜੁੜਾਂਗਾ। ਹੁਣ ਘਰ ਵਾਲੇ ਤੇ ਖੁਸ਼ ਹੋ ਰਹੇ ਆ, ਘਰ ਵਾਲੇ ਤੇ ਬੜੇ ਖੁਸ਼ ਹੋ ਰਹੇ ਵੀ ਕਾਕੇ ਦਾ ਜਨਮ ਹੋ ਗਿਆ ਹੈ, ਉਹ ਖੁਸ਼ੀਆਂ ਮਨਾ ਰਹੇ, ਹੱਸ ਖੇਡ ਰਹੇ ਆ। ਤੇ ਕਾਕੇ ਦਾ ਕਿਸੇ ਨੇ ਪੁੱਛਿਆ ਨਹੀਂ ਹਾਲ ਵੀ ਕਾਕਾ ਕਿਉਂ ਰੋ ਰਿਹਾ, ਕਿੱਥੋਂ ਆਇਆ ਹੈ ਜੀਵ, ਕਿੱਥੇ ਜਾ ਕੇ ਇਹਦਾ ਅੰਤ ਹੈ, ਕਿਉਂ ਬੰਧੇ ਹੋ, ਕਿਉਂ ਮੁਕਤੀ ਪਾਵੈ, ਕਿਸ ਕਰਕੇ ਇਹ ਮਾਇਆ ਮੋਹ ਦੇ ਬੰਧਨਾਂ ਵਿੱਚ ਵੱਜ ਗਿਆ, ਇਹ ਵੀ ਇੱਕ ਸਵਾਲ ਹੈ। ਤੇ ਇਹ ਕਿਸ ਤਰ੍ਹਾਂ ਮਾਇਆ ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਇਹਨੂੰ ਕਿਵੇਂ ਮੁਕਤੀ ਮਿਲੇਗੀ, ਇਹ ਵੀ ਇੱਕ ਸਵਾਲ ਹੈ। ਗੁਰੂ ਸਾਹਿਬ ਇਹ ਸਵਾਲ ਪਹਿਲਾਂ ਦੱਸਦੇ ਨੇ, ਫਿਰ ਅੱਗੇ ਇਹਨਾਂ ਦਾ ਜਵਾਬ ਵੀ ਸਤਿਗੁਰੂ ਦੇਣਗੇ। ਕਿਉਂ ਅਬਨਾਸ਼ੀ ਸਹਿਜ ਸਮਾਵੈ, ਅਬਨਾਸ਼ੀ ਹੈ ਬਈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਕਈ ਬੰਦੇ ਆਪਣਾ ਨਾਮ ਅਬਨਾਸ਼ੀ ਰੱਖ ਲੈਂਦੇ ਆ, ਨਾਸ਼ ਹੋਣ ਵਾਲੇ ਬੰਦੇ ਦਾ ਨਾਮ ਅਬਨਾਸ਼ੀ ਨਹੀਂ ਹੋ ਸਕਦਾ। ਅਬਨਾਸ਼ੀ ਕੇਵਲ ਤੇ ਕੇਵਲ ਪਰਮਾਤਮਾ ਹੈ, ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਕਿਉਂ ਅਬਨਾਸ਼ੀ ਸਹਿਜ ਸਮਾਵੇ, ਕਿਵੇਂ ਸਦੀਵੀ ਰੱਬ ਦੇ ਵਿੱਚ ਇਹ ਇੱਕਮਿਕ ਹੋਏਗਾ, ਇਹ ਵੀ ਇੱਕ ਸਵਾਲ ਹੈ। ਗੁਰੂ ਸਾਹਿਬ ਨੇ ਪਹਿਲਾਂ ਇਹ ਸਵਾਲ ਦੱਸੇ ਨੇ, ਤੇ ਅਗਲੀਆਂ ਤੁਕਾਂ ਦੇ ਵਿੱਚ ਸਤਿਗੁਰੂ ਫਿਰ ਇਹਦਾ ਜਵਾਬ ਵੀ ਸਾਨੂੰ ਸਮਝਾਉਂਦੇ ਨੇ। ਸਹਿਜੇ ਆਵੈ ਸਹਿਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਵੈ। ਹੁਣ ਮਨੁੱਖ ਦੀਆਂ ਜਿਹੜੀਆਂ ਕਾਮਨਾਵਾਂ ਨੇ ਨਾ, ਇਹ ਹੀ ਮਨੁੱਖ ਨੂੰ ਵਾਪਸ ਲੈ ਕੇ ਆਉਂਦੀਆਂ ਨੇ ਬਾਰ-ਬਾਰ। ਤਰਲੋਚਨ ਭਗਤ ਜੀ ਦਾ ਆਪਾਂ ਸ਼ਬਦ ਪੜ੍ਹਦੇ ਆ ਨਾ, ਉਹਦੇ ਵਿੱਚ ਉਹਨਾਂ ਨੇ ਸਾਰਾ ਹੀ ਨਕਸ਼ਾ ਖਿੱਚ ਕੇ ਰੱਖ ਦਿੱਤਾ ਹੈ ਕਿ ਬੰਦਾ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਕਿਵੇਂ ਆਉਂਦਾ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੇ। ਪੂਰਾ ਨਕਸ਼ਾ ਬਣਾ ਦਿੱਤਾ ਹੈ, ਗੱਲ ਕੋਈ ਅਧੂਰੀ ਛੱਡੀ ਨਹੀਂ। ਇਹ ਕਾਮਨਾਵਾਂ ਬਾਰ-ਬਾਰ ਲੈ ਕੇ ਆਉਂਦੀਆਂ। ਗੁਰੂ ਸਾਹਿਬ ਕਹਿੰਦੇ ਇਸ ਕਰਕੇ ਕਾਮਨਾ ਵਸ ਹੋਇਆ ਮਨੁੱਖ ਜਿਹੜਾ ਹੈ, ਉਹ ਬਾਰ-ਬਾਰ ਸੰਸਾਰ ਵਿੱਚ ਆ ਰਿਹਾ, ਬਾਰ-ਬਾਰ ਉਹਦਾ ਜਨਮ ਹੋ ਰਿਹਾ, ਬਾਰ-ਬਾਰ ਉਹਦੀ ਮੌਤ ਹੋ ਰਹੀ ਹੈ। ਮਨ ਤੇ ਉਪਜੇ ਮਨ ਮਾਹੇ ਸਮਾਵੇ। ਮਨ ਦੀਆਂ ਜੋ ਕਾਮਨਾਵਾਂ ਨੇ, ਮਨ ਦੀਆਂ ਜੋ ਇੱਛਾਵਾਂ ਨੇ, ਬੰਦਾ ਕਈ ਵਾਰ ਇੱਕ ਇੱਛਾ ਪੂਰੀ ਹੁੰਦੀ ਆ, 10 ਇੱਛਾਵਾਂ ਉਹ ਹੋਰ ਪੈਦਾ ਹੋ ਜਾਂਦੀਆਂ ਨੇ। 10 ਪੂਰੀਆਂ ਹੁੰਦੀਆਂ ਨੇ, 1000 ਹੋਰ ਪੈਦਾ ਹੋ ਜਾਂਦੀਆਂ ਨੇ। ਹੁਣ 1000 ਤੋਂ ਬਾਅਦ ਲੱਖਾਂ ਇੱਛਾਵਾਂ ਪੈਦਾ ਹੋ ਜਾਂਦੀਆਂ ਨੇ, ਤੇ ਲੱਖਾਂ ਬੰਦਾ ਪੂਰੀਆਂ ਨਹੀਂ ਕਰ ਸਕਦਾ, ਕਿਉਂਕਿ ਜੀਵਨ ਉਹਦਾ ਐਡਾ ਲੰਮਾ ਨਹੀਂ ਹੈ। ਹੁਣ ਇੱਛਾਵਾਂ ਅੰਦਰ ਲੈ ਕੇ ਬੰਦਾ ਮਰ ਜਾਂਦਾ ਹੈ। ਉਹ ਜਿਹੜੀਆਂ ਇੱਛਾਵਾਂ ਨੇ, ਸਤਿਗੁਰ ਕਹਿੰਦੇ ਫਿਰ ਮਨੁੱਖ ਨੂੰ ਬਾਰ-ਬਾਰ ਜਨਮ ਦਿੰਦੀਆਂ ਨੇ, ਤੇ ਬਾਰ-ਬਾਰ ਉਹਦੀ ਮੌਤ ਹੁੰਦੀ ਹੈ। ਗੁਰਮੁਖ ਮੁਕਤੋਂ ਬੰਧ ਨਾ ਪਾਏ। ਜਿਹੜਾ ਗੁਰੂ ਦੇ ਸਨਮੁਖ ਰਹਿ ਕੇ, ਜਿਹੜਾ ਗੁਰੂ ਦੇ ਹੁਕਮਾਂ ਵਿੱਚ ਚੱਲਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਸਦੀਵ ਮੁਕਤ ਹੋ ਜਾਂਦਾ ਹੈ। ਉਹ ਮਾਇਆ ਦੇ ਬੰਧਨਾਂ ਤੋਂ ਉਹਦਾ ਛੁਟਕਾਰਾ ਹੋ ਜਾਂਦਾ ਹੈ। ਛੁਟਕਾਰਾ ਕਿਵੇਂ ਹੈ? ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਬਚਨਾਂ ਨੂੰ ਸੁਣ ਕੇ, ਗੁਰੂ ਦੇ ਦੱਸੇ ਰਾਹ 'ਤੇ ਤੁਰ ਕੇ, ਸ਼ਬਦ ਵਿਚਾਰ ਛੁੱਟੈ ਹਰ ਨਾਏ। ਜਦੋਂ ਸ਼ਬਦ ਦੀ ਵਿਚਾਰ ਅੰਦਰ ਚੱਲੇਗੀ, ਜਦੋਂ ਨਾਮ ਅੰਦਰ ਟਿਕੇਗਾ, ਨਾਮ ਅੰਮ੍ਰਿਤ ਦੇ ਨਾਲ ਜਦੋਂ ਉਹਦਾ ਇਸ਼ਨਾਨ ਹੋਏਗਾ, ਤੇ ਫਿਰ ਉਹ ਮਾਇਆ ਮੋਹ ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹਦਾ ਛੁਟਕਾਰਾ ਹੋ ਜਾਏਗਾ। ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਅੱਗੇ ਹੋਰ ਸਤਿਗੁਰੂ ਉਦਾਹਰਣ ਦਿੰਦੇ ਆ ਮਨੁੱਖਤਾ ਨੂੰ ਰੱਬ ਨਾਲ ਜੋੜਨ ਵਾਸਤੇ, ਗੁਰੂ ਨਾਲ, ਬਾਣੀ ਬਾਣੇ ਨਾਲ ਜੋੜਨ ਵਾਸਤੇ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਹੋਰ ਉਦਾਹਰਣ ਖੁਲਾਸਾ ਕਰਦੇ ਨੇ। ਕਹਿੰਦੇ ਜਿਵੇਂ ਅਨੇਕਾਂ ਪੰਛੀ ਨੇ, ਉਹ ਰਾਤ ਨੂੰ ਆਪਣੇ ਆਲਣਿਆਂ ਵਿੱਚ ਆ ਜਾਂਦੇ। ਕਈਆਂ ਦੇ ਆਲਣੇ ਨਹੀਂ ਹੁੰਦੇ, ਉਹ ਦਰਖਤਾਂ ਦੇ ਉੱਤੇ ਉੱਦਾਂ ਹੀ ਆ ਕੇ ਬਹਿ ਜਾਂਦੇ ਨੇ। ਤਰਵਰ ਪੰਖੀ ਬਹੁ ਨਿਸਬਾਸ,
ਬਹੁਤ ਸਾਰੇ ਪੰਛੀ ਮੈਂ ਦੇਖਿਆ। ਮੈਂ ਪਿੰਡਾਂ ਜਾਂਦਾ ਰਹਿਣਾ, ਇੱਧਰ MP ਵਿੱਚ ਮੇਰਾ ਪਿੰਡ ਹੈ, ਔਰ ਇੱਕ ਸਰਪੰਚ ਸਾਹਿਬ ਨੇ ਕਰਮ ਸਿੰਘ, ਉਹਨਾਂ ਦੇ ਘਰ ਅਸੀਂ ਜਾ ਕੇ ਰੁਕਦੇ। ਉਹਨਾਂ ਦਾ ਬਾਗ ਹੈ, ਬਾਗ ਵਿੱਚ ਮੇਰੇ ਖਿਆਲ ਹਜ਼ਾਰਾਂ ਹੀ ਤੋਤੇ ਉਸ ਬਾਗ ਦੇ ਵਿੱਚ ਰਾਤ ਨੂੰ ਆਉਂਦੇ ਆ। ਸਵੇਰੇ ਤੜਕੇ 5-6 ਵਜੇ ਜਦੋਂ ਉਹ ਉਡਾਰੀ ਮਾਰਦੇ ਆ ਨਾ, ਤੇ ਇੱਕ ਨਜ਼ਾਰਾ ਹੀ ਉਹਨਾਂ ਦੇ ਉੱਡਣ ਦਾ ਵੱਖਰਾ ਹੀ ਹੁੰਦਾ ਹੈ। ਸਵੇਰੇ ਤੜਕੇ ਉਹ ਉਡਾਰੀ ਮਾਰਦੇ ਨੇ, ਰਾਤ ਕੇਵਲ ਰੁਕਦੇ ਨੇ, ਰਾਤ ਨੂੰ ਚੂੰ ਦੀ ਆਵਾਜ਼ ਵੀ ਨਹੀਂ ਕਰਦੇ। ਜੇ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਆਵਾਜ਼ ਕੱਢਣਗੇ, ਨਹੀਂ ਤੇ ਪੂਰੀ ਰਾਤ ਆਵਾਜ਼ ਵੀ ਨਹੀਂ ਕੱਢਦੇ। ਸਵੇਰੇ ਉਹ ਉੱਡਦੇ ਨੇ ਦਾਣਾ ਚੁਗਣ ਵਾਸਤੇ। ਗੁਰੂ ਸਾਹਿਬ ਕਹਿੰਦੇ ਪੰਛੀ ਜਿਹੜੇ ਨੇ ਉਹ ਤਰਵਰ ਪੰਖੀ ਬਹੁ ਨਿਸਬਾਸ। ਰਾਤ ਨੂੰ ਪੰਛੀ ਜਿਹੜੇ ਨੇ ਉਹ ਦਰਖਤਾਂ ਦੇ ਉੱਤੇ ਆ ਕੇ ਬਹਿ ਜਾਂਦੇ ਨੇ, ਸੁਖ ਦੁਖੀਆ ਮਨ ਮੋਹ ਵਿਨਾਸ਼, ਤੇ ਸਵੇਰੇ ਉਡਾਰੀ ਮਾਰ ਜਾਂਦੇ। ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਸੁੱਖਾਂ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਹੈ। ਕਿਸੇ ਨੂੰ ਸੁੱਖ ਹੈ, ਕਿਸੇ ਨੂੰ ਦੁੱਖ ਹੈ, ਤੇ ਜਿਹੜਾ ਬੰਦਾ ਮੋਹ ਦੇ ਵਿੱਚ ਫਸ ਗਿਆ ਉਹਨੇ ਆਪਣਾ ਆਤਮਿਕ ਜੀਵਨ ਜਿਹੜਾ ਹੈ ਉਹਦਾ ਨਾਸ਼ ਕਰ ਲਿਆ। ਸਾਂਝ ਬਿਹਾਗ ਕਰੈ ਆਗਾਸ, ਦੈਂ ਦਿਸ਼ ਧਾਵੈ ਕਰਮ ਲਿਖਿਆਸ। ਸਾਂਝ ਕਹਿੰਦੇ ਰਾਤ, ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਪੰਛੀ ਹੈ ਨਾ, ਚਿੜੀਆਂ, ਕਾਂ, ਤੋਤਾ, ਜਿੰਨੇ ਵੀ ਪੰਛੀ ਨੇ, ਸ਼ਾਮ ਹੋਣ ਤੇ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਆਪਣੇ ਟਿਕਾਣਿਆਂ ਤੇ ਆ ਜਾਂਦੇ ਆ, ਆਪਣੇ ਆਪਣੇ ਟਿਕਾਣਿਆਂ ਤੇ ਵਾਪਸ ਆ ਜਾਂਦੇ ਆ। ਇਹ ਉਪਦੇਸ਼ ਬੰਦੇ ਵਾਸਤੇ ਵੀ ਹੈ ਕਿ ਬੰਦਿਆ, ਤੇਰੀ ਜ਼ਿੰਦਗੀ ਦੀ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਤੂੰ ਆਪਣੇ ਘਰ ਵਿੱਚ ਆ ਜਾ। ਤੂੰ ਆਪਣੇ ਘਰ ਨੂੰ ਸੰਭਾਲ ਲਾ। ਤੇਰਾ ਘਰ ਕੀ ਹੈ? ਗੁਰੂ ਦਾ ਘਰ। ਤੇਰਾ ਘਰ ਕੀ ਹੈ? ਰੱਬ ਦਾ ਘਰ। ਤੂੰ ਪੰਛੀਆਂ ਵਾਂਗੂ ਸਾਂਝ ਬਿਹਾਗ ਤੱਕੈ ਆਕਾਸ਼, ਤੇ ਜਿਸ ਵੇਲੇ ਸਵੇਰਾ ਹੁੰਦਾ ਫਿਰ ਆਕਾਸ਼ ਵੱਲ ਅੱਖਾਂ ਖੋਲ ਕੇ ਪੰਛੀ ਵੇਖਦੇ ਆ, ਤੇ ਸਾਰੇ ਇਕੱਠੇ ਦੇ ਇਕੱਠੇ, ਕੋਈ ਸੱਜੇ ਕੋਈ ਖੱਬੇ, ਕੋਈ ਉੱਤਰ ਕੋਈ ਦੱਖਣ, ਕੋਈ ਪੱਛਮ ਕੋਈ ਪੂਰਬ, 10 ਦਿਸ਼ਾਵਾਂ ਦੇ ਵਿੱਚ ਫਿਰ ਉਹ ਉਡਾਰੀਆਂ ਮਾਰਦੇ ਨੇ ਆਪਣਾ ਅਗਲੇ ਦਿਨ ਦਾ ਚੋਗਾ ਚੁਗਣ ਵਾਸਤੇ। ਗੁਰੂ ਸਾਹਿਬ ਕਹਿੰਦੇ ਐਸਾ ਹੀ ਇਹ ਮਨੁੱਖ ਤੇਰਾ ਜੀਵਨ ਹੈ। ਮਨੁੱਖ ਦੈਂ ਦਿਸ਼ ਧਾਵੈ, ਮਨੁੱਖ ਵੀ 10 ਦਿਸ਼ਾਵਾਂ ਵਿੱਚ ਭਟਕਦਾ ਫਿਰਦਾ ਰੋਜੀ ਰੋਟੀ ਵਾਸਤੇ। ਕਰਮ ਲਿਖਿਆਸ, ਤੇਰੇ ਕਰਮਾਂ ਵਿੱਚ ਐਸਾ ਕੁਝ ਲਿਖਿਆ ਹੋਇਆ। ਪਰ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਕਹਿੰਦੇ ਸਾਂਝ ਬਿਹਾਗ, ਤੇਰੇ ਜੀਵਨ ਦੀ ਸਾਂਝ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ, ਦਿਨ ਢਲਣ ਤੋਂ ਪਹਿਲਾਂ ਪਹਿਲਾਂ ਤੂੰ ਆਪਣੇ ਨਿਜ ਘਰ ਵਿੱਚ ਆ ਜਾ, ਆਪਣੇ ਅਸਲ ਘਰ ਵਿੱਚ ਆ ਜਾ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ। ਅਗਲੀ ਗੱਲ ਸਤਿਗੁਰਾਂ ਨੇ ਹੋਰ ਬੜੀ ਸਪਸ਼ਟ ਕੀਤੀ ਹੈ ਕਿ ਜਿਹੜੇ ਨਾਮ ਦੇ ਸੰਜੋਗੀ ਨੇ, ਜਿਹੜੇ ਨਾਮ ਨਾਲ ਜੁੜੇ ਹੋਏ ਨੇ, ਉਹ ਇਸ ਸੰਸਾਰ ਨੂੰ ਗੋਇਲ ਕਹਿੰਦੇ ਨੇ। ਉਹ ਥਾਂ, ਉਹ ਚਾਰਾਗਾਹ, ਜਦੋਂ ਪਿੰਡ ਦੇ ਆਲੇ ਦੁਆਲੇ ਲਾਗੇ ਚਾਗੇ ਘਾਹ ਮੁੱਕ ਜਾਂਦਾ, ਚਾਰਾ ਮੁੱਕ ਜਾਂਦਾ, ਉਦੋਂ ਗਾਈਆਂ ਭੇਡਾਂ ਬੱਕਰੀਆਂ ਚਰਾਉਣ ਵਾਲੇ ਨਦੀਆਂ ਦੇ ਸਮੁੰਦਰਾਂ ਦੇ ਕਿਨਾਰਿਆਂ ਤੇ ਜਾ ਕੇ ਜਿੱਥੇ ਹਰਿਆਵਲ ਹੈ, ਕੁਝ ਸਮੇਂ ਵਾਸਤੇ ਉਹ ਉੱਥੇ ਗਾਵਾਂ ਮੱਝਾਂ ਨੂੰ ਚਰਾਉਂਦੇ ਆ। ਕੁਝ ਸਮੇਂ ਬਾਅਦ ਫਿਰ ਉਹ ਵਾਪਸ ਮੁੜ ਆਉਂਦੇ। ਉਹਨਾਂ ਨੂੰ ਪਤਾ ਵੀ ਸਾਡਾ ਇਹ ਪੱਕਾ ਟਿਕਾਣਾ ਨਹੀਂ ਹੈ, ਸਾਡਾ ਇਹ ਪੱਕਾ ਚਾਰਾਗਾਹ ਨਹੀਂ। ਪੱਕਾ ਚਾਰਾਗਾਹ ਸਾਡੇ ਪਿੰਡਾਂ ਦੇ ਲਾਗੇ ਹੀ ਹੈ। ਸਾਡਾ ਘਰ ਜਿਹੜਾ ਹੈ ਉਹ ਸਾਡਾ ਅਸਲੀ ਟਿਕਾਣਾ ਹੈ। ਤੇ ਸਾਡਾ ਘਰ ਕਿਹੜਾ ਹੈ? ਗੁਰੂ ਦਾ ਘਰ। ਸਾਡਾ ਘਰ ਕਿਹੜਾ ਹੈ? ਰੱਬ ਦਾ ਘਰ। ਆਹ ਘਰ ਸਾਡਾ ਨਹੀਂ ਹੈ। ਵੱਡੀਆਂ ਵੱਡੀਆਂ ਕੋਠੀਆਂ, ਕਾਰਾਂ, ਜ਼ਮੀਨ ਜਾਇਦਾਦਾਂ, ਇਹ ਸਾਡਾ ਘਰ ਨਹੀਂ ਹੈ। ਸਾਡਾ ਅਸਲ ਘਰ ਹੈ ਰੱਬ ਦਾ ਘਰ, ਗੁਰੂ ਦਾ ਘਰ, ਗੁਰੂਦੁਆਰਾ। ਗੁਰੂਦੁਆਰਾ ਸਾਡਾ ਅਸਲ ਘਰ ਹੈ। ਨਾਮ ਸੰਜੋਗੀ, ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਉਹ ਇਸ ਗੱਲ ਨੂੰ ਸਮਝ ਲੈਂਦੇ ਵੀ ਇਹ ਸੰਸਾਰ ਸਾਡਾ ਅਸਲ ਘਰ ਨਹੀਂ ਹੈ। ਉਹ ਇਹਨੂੰ ਅਸਲ ਟਿਕਾਣਾ ਮੰਨ ਕੇ ਇਹਦੇ ਉੱਤੇ ਕੋਈ ਦਾਵਾ ਨਹੀਂ ਠੋਕਦੇ। ਕਾਮ ਕ੍ਰੋਧ ਫੂਟੈ ਬਿਖ ਮਾਟ, ਜਿਹੜੇ ਇਸ ਗੱਲ ਨੂੰ ਸਮਝ ਜਾਂਦੇ ਆ, ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਦੇ ਨਾਲ ਜ਼ਹਿਰ ਦਾ ਭਰਿਆ ਹੋਇਆ ਘੜਾ ਜਿਹੜਾ ਹੈ ਉਹ ਫੁੱਟ ਜਾਂਦਾ ਹੈ। ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ਼। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਜਿਵੇਂ ਆਂਡਾ ਟੁੱਟਦਾ ਉਹਦੇ ਵਿੱਚੋਂ ਬੱਚਾ ਨਿਕਲ ਆਉਂਦਾ ਹੈ।
ਤੇ ਆਂਡੇ ਵਿੱਚੋਂ ਨਿਕਲਣ ਵਾਲੇ ਬੱਚੇ ਜਿਹੜੇ ਉਹਨਾਂ ਦੇ ਖੰਭ ਨਿਕਲਦੇ ਆ ਤੇ ਉਹ ਉੱਡਦੇ ਨੇ, ਫਿਰ ਖੁੱਲੀਆਂ ਉਡਾਰੀਆਂ ਮਾਰਦੇ ਜਦੋਂ ਤੱਕ ਉਹ ਆਂਡੇ ਵਿੱਚ ਕੈਦ ਨੇ। ਇਸੇ ਤਰ੍ਹਾਂ ਮਨੁੱਖ ਜਿਹੜਾ ਉਹ ਕਾਮ ਕ੍ਰੋਧ ਰੂਪੀ ਆਂਡੇ ਵਿੱਚ ਕੈਦ ਹੈ। ਕਾਮ ਕ੍ਰੋਧ ਫੂਟੈ ਬਿਖ ਮਾੜ, ਜਦੋਂ ਗੁਰੂ ਦੀ ਕਿਰਪਾ ਹੋਈ ਹੈ ਫੂਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸ਼, ਫਿਰ ਉਹ ਖੁੱਲੀਆਂ ਉਡਾਰੀਆਂ ਮਾਰਦਾ ਹੈ। ਫਿਰ ਉਹ ਮਾਇਆ ਦੇ ਬੰਧਨਾਂ ਵਿੱਚ ਨਹੀਂ ਹੈ, ਸੰਸਾਰ ਦੇ ਬੰਧਨ ਉਹਨੂੰ ਜਕੜ ਨਹੀਂ ਸਕਦੇ, ਉਹਨੂੰ ਕੈਦ ਨਹੀਂ ਕਰ ਸਕਦੇ। ਗੁਰੂ ਨੇ ਉਹਦੇ ਉੱਤੇ ਕਿਰਪਾ ਕਰ ਦਿੱਤੀ, ਉਹਦੇ ਸਾਰੇ ਭਰਮ ਦੇ ਜਿਹੜੇ ਬੰਧਨ ਸੀ ਉਹ ਤੋੜ ਦਿੱਤੇ। ਬਿਨ ਵੱਖਰ ਸੂਨੋ ਘਰ ਹਾਟ, ਵੱਖਰ ਸੌਦਾ, ਤੇ ਸੌਦਾ ਸਾਡਾ ਕਿਹੜਾ ਹੈ? ਨਾਮ ਦਾ, ਕਿਉਂਕਿ ਅਸੀਂ ਨਾਮ ਦੇ ਵਣਜਾਰੇ ਹਾਂ, ਅਸੀਂ ਝੂਠੇ ਵਣਜ ਦੇ ਵਪਾਰੀ ਨਹੀਂ। ਗੁਰੂ ਸਾਹਿਬ ਅੱਜ ਦੇ ਸ਼ਬਦ ਵਿੱਚ ਸਮਝਾ ਰਹੇ ਆ ਕਿ ਮਨੁੱਖ ਤੂੰ ਨਾਮ ਦਾ ਵਣਜਾਰਾ ਹੈ। ਜੇ ਤੇਰੇ ਅੰਦਰ ਨਾਮ ਦਾ ਸੌਦਾ ਨਹੀਂ ਹੈ ਤੇ ਤੇਰਾ ਹਾਟ ਜਿਹੜਾ, ਤੇਰੀ ਹੱਟੀ ਜਿਹੜੀ ਉਹ ਖਾਲੀ ਪਈ ਹੈ, ਤੇਰੀ ਹੱਟੀ ਵਿੱਚ ਸੌਦਾ ਨਹੀਂ ਹੈ, ਫਿਰ ਕੋਈ ਗ੍ਰਾਹਕ ਵੀ ਨਹੀਂ ਉੱਥੇ ਹੋਣਾ। ਗੁਰਮੁਖ ਖੋਲੇ ਬਜਰ ਕਪਾਟ, ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਜਿਹੜੇ ਇਹ ਪੱਕੇ ਦਰਵਾਜ਼ੇ ਬੰਦ ਪਏ ਆ ਨਾ, ਜਿਹੜੇ ਗੁਰੂ ਵੱਲ ਸਾਨੂੰ ਨਹੀਂ ਤੁਰਨ ਦਿੰਦੇ, ਗੁਰੂ ਸਾਹਿਬ ਕਿਰਪਾ ਕਰਕੇ ਸਾਡੇ ਪੱਕੇ ਦਰਵਾਜ਼ਿਆਂ ਨੂੰ ਤੋੜ ਦਿੰਦੇ ਨੇ, ਖੋਲ ਦਿੰਦੇ ਆ ਸਾਡੇ ਕਪਾਟ। ਸਾਧ ਮਿਲੈ ਪੂਰਬ ਸੰਜੋਗ, ਸਾਧ ਕਿਸੇ ਭੇਖ ਦਾ ਨਾਮ ਨਹੀਂ, ਸਤਿਗੁਰ ਕਹਿੰਦੇ ਸਾਧ ਗੁਰੂ ਨੂੰ ਕਿਹਾ ਹੈ। ਗੁਰੂ ਮਿਲਦਾ ਹੈ ਪੂਰਬਲੇ ਸੰਜੋਗਾਂ ਦੇ ਕਰਕੇ। ਜਦੋਂ ਪੂਰਬਲੇ ਸੰਜੋਗ ਪ੍ਰਗਟ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਲੜ ਆਪਾਂ ਲੱਗ ਜਾਂਦੇ ਆ, ਸੰਗਤ ਦੇ ਲੜ ਲੱਗ ਜਾਂਦੇ ਆ। ਸਾਧ ਮਿਲੈ ਪੂਰਬ ਸੰਜੋਗ, ਸੱਚ ਰਹਿਸੇ ਪੂਰੇ ਹਰ ਲੋਗ। ਤੇ ਫਿਰ ਅਗਲੀ ਗੱਲ ਕੀ ਹੁੰਦੀ ਹੈ? ਫਿਰ ਉਸ ਪਰਮ ਪਿਤਾ ਪਰਮਾਤਮਾ ਦੀ ਬਖਸ਼ਿਸ਼ ਦੇ ਉਹ ਪਾਤਰ ਬਣ ਜਾਂਦੇ ਨੇ। ਉਹ ਪੂਰਨ ਪੁਰਖ ਪਰਮਾਤਮਾ ਦੇ ਨਾਲ ਇੱਕਮਿਕਤਾ ਉਹਨਾਂ ਦੀ ਹਾਸਲ ਹੋ ਜਾਂਦੀ ਹੈ। ਮਨ ਤਨ ਦੇ ਲੈ ਸਹਿਜ ਸੁਭਾਏ, ਮਨ ਕਰਕੇ ਤਨ ਕਰਕੇ ਉਹ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ, ਸਹਿਜ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ, ਟਿਕਾਓ ਵਾਲੀ ਅਵਸਥਾ ਉਹਨਾਂ ਦੀ ਆ ਜਾਂਦੀ ਹੈ। ਨਾਨਕ ਤਿਨਕੈ ਲਾਗੋਂ ਪਾਏ। ਬੜੀ ਵੱਡੀ ਗੱਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਆ ਕਿ ਜਿਹੜੇ ਮਨੁੱਖ ਭਾਈ ਰੱਬ ਨਾਲ ਜੁੜ ਜਾਂਦੇ ਨੇ, ਗੁਰਬਾਣੀ ਨਾਲ ਜੁੜ ਜਾਂਦੇ ਆ, ਸੰਗਤ ਨਾਲ ਜੁੜ ਕੇ ਜਿਨ੍ਹਾਂ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਹੈ ਕਿ ਸੰਸਾਰ ਝੂਠਾ ਹੈ, ਰੱਬ ਸੱਚਾ ਹੈ, ਨਾਮ ਸੱਚਾ ਹੈ, ਬਾਣੀ ਸੱਚੀ ਹੈ, ਪਰਮਾਤਮਾ ਸੱਚਾ ਹੈ, ਸੰਸਾਰ ਦੀ ਪਕੜ ਝੂਠੀ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਤਿਨਕੈ ਲਾਗੋਂ ਪਾਏ। ਮੈਂ ਉਹਨਾਂ ਦੇ ਪੈਰੀ ਲੱਗਦਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦਾ, ਉਹਨਾਂ ਦੇ ਪੈਰਾਂ ਤੇ ਚਰਨਾਂ ਤੇ ਮੈਂ ਮੱਥਾ ਟੇਕਦਾ। ਕਿੰਨੀ ਵੱਡੀ ਗੱਲ ਗੁਰੂ ਨਾਨਕ ਸਾਹਿਬ ਨਾਮ ਜਪਣ ਵਾਲਿਆਂ ਵਾਸਤੇ ਕਹਿੰਦੇ ਨੇ। ਇਤਨੀ ਸੇਵਾ ਪ੍ਰਵਾਨ ਕਰਨੀ, ਬੇਅੰਤ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਨਿਮਰਤਾ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ